ਤੇ ਪ੍ਰਸ਼ਾਸਨ ਦੇ ਵਿੱਚ ਜਿਹੜੀਆਂ ਸਰਕਾਰੀ ਮਹਿਕਮੇ ਆ, ਇਨਫੋਰਸਮੈਂਟ ਆ, ਉਹਨਾਂ ਨੂੰ ਵੀ ਤੇ ਤੁਹਾਨੂੰ ਵੀ ਰਲ ਕੇ ਇਕੱਠੇ ਕਰਕੇ ਇਸ ਸਮੱਸਿਆ ਤੋਂ ਜਾਗਰੂਕਤਾ ਵੀ ਪੈਦਾ ਕਰੀਏ ਜੀ। ਤੇ ਜਿਹੜੇ ਲੋਕੀ ਜਾਣਬੁੱਝ ਕੇ ਲਾਅ ਤੋੜਦੇ ਆ, ਜਿਹੜੇ ਇਸ ਗੈਰ ਕਾਨੂੰਨੀ ਕੰਮ 'ਚ ਫਸੇ ਨੇ, ਉਹਨਾਂ ਨੂੰ ਡੰਡੇ ਨਾਲ ਵੀ ਸਿੱਧੇ ਕਰੀਏ। ਫਿਰ ਉਹੀ ਸਮਾਜ ਜਿਹੜਾ ਕਹਿੰਦਾ ਵੀ ਕੁੜੀ ਦੇ ਜੰਮਣ ਤੇ ਵਧਾਈ ਨਹੀਂ ਦੇਣੀ, ਕੋਈ ਬੰਦਾ ਵੀ ਸਮਾਜ ਦੇ ਵਿੱਚ ਕਿਸੇ ਦੀ ਧੀ ਜੰਮੇ ਤਾਂ ਵਧਾਈ ਨਹੀਂ ਦਿੰਦਾ, ਤੇ ਉਹ ਲੋਕ ਫਿਰ ਬੜੇ ਚਾਅ ਦੇ ਨਾਲ ਖੱਬੇ ਸੱਜੇ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਮੈਨੂੰ ਕੁੜੀ ਦੱਸੋ, ਕੁੜੀ ਵਾਸਤੇ ਕੁੜੀ ਲੱਭੋ, ਤੁਹਾਡੇ ਵਾਂਗ ਕੁੜੀ ਜੇ ਨੌਕਰੀ ਕਰਦੀ ਹੋਵੇ ਤਾਂ ਹੋਰ ਵਧੀਆ। ਕਿ ਕਿਸੇ ਦੇ ਘਰ ਬੱਚਾ ਹੋਇਆ ਤਾਂ ਬੱਚੇ ਦੇ ਚਾਚੇ ਨੇ ਕੋਠੇ ਤੇ ਚੜ੍ਹ ਕੇ ਫਾਇਰ ਕਰਤਾ ਖੁਸ਼ੀ 'ਚ, ਪਰ ਨਾਲ ਦੇ ਘਰ 'ਚ ਇੱਕ ਜਾਨ ਲੈ ਲਈ ਸੀ। ਕਿ ਇਸ ਗੱਲ ਦੀ ਇੰਨੀ ਖੁਸ਼ੀ ਹੋ ਗਈ ਪੁੱਤਰ, ਉਹ ਪੁੱਤਰ ਨੇ ਕੱਲ੍ਹ ਨੂੰ ਕੀ ਕਰਨਾ ਕੀ ਬਣਨਾ ਇਹ ਪਤਾ ਹੀ ਨਹੀਂ। ਇਹ ਸਮਾਜ ਦਾ ਇਹ ਜਿਹੜੇ ਸੋਚਿਆ, ਇਹ ਫਿਰ ਅਸੀਂ ਮਤਲਬ ਲੋਕਾਂ ਨੂੰ ਸੁਨੇਹਿਆਂ ਵਿੱਚ ਨੰਗੀ ਕੀਤੀ। ਇੰਨਾ ਪ੍ਰਚਾਰ ਹੋ ਗਿਆ ਕਿ ਪਿੰਡਾਂ ਵਿੱਚ ਬੱਚੇ ਲਿਖਣ ਲੱਗ ਪਏ ਬਲੈਕ ਬੋਰਡਾਂ ਤੇ, ਕੰਨਿਆ ਭਰੂਣ ਹੱਤਿਆ ਬੰਦ ਕਰੋ। ਜਿਹੜੇ ਸਾਡੇ ਰਿਕਾਰਡਡ ਮੈਸੇਜ ਦੇ ਵਿੱਚ ਗੱਲਾਂ ਸੀ ਉਹ ਸੁਣ ਕੇ ਤਾਂ ਇੱਕ ਸਟੇਜ ਆਈ, ਲੋਕ ਕਹਿਣ ਲੱਗ ਪਏ ਵੀ ਬਸ ਕਰੋ ਹੁਣ ਬਹੁਤ ਹੋ ਗਿਆ। ਪਰ ਕਿਸ਼ਨ ਕੁਮਾਰ ਜੀ ਨੂੰ ਤਾਂ ਇੱਕ ਇਸ ਕੰਮ ਦਾ ਨਸ਼ਾ ਸੀ। ਕਮਾਲ ਦੀ ਅੱਛਾ। ਔਰ ਹਰ ਹਫਤੇ ਕੁੜੀ ਨੇ ਮੰਡੇ ਲੜਕੀ ਬਾਹਰ ਚਲ ਗਈ, ਸਰਬਜੀਤ, ਉਹਨੇ ਫਿਰ ਉਹ ਸਰ ਨੂੰ ਦਿਖਾਣੀ ਹੈ ਜੀ ਇਹ ਇੰਨੀਆਂ ਕਾਲਾਂ ਹੋਈਆਂ, ਇੰਨੇ ਮੁੰਡੇ ਇੰਨੇ ਕੁੜੀਆਂ, ਇਹ 7 ਬੰਦੇ ਪਾਣੀ ਪੈਰਾਂ ਤੇ ਨਹੀਂ ਪੈਣ ਦਿੰਦੇ। ਅੱਛਾ। ਉਹਨਾਂ ਨੂੰ ਫਿਰ ਸਾਨੂੰ ਬੁਲਾ ਲੈਣਾ ਕਿ ਇਹ 7 ਬੰਦੇ ਦੀ CID ਕਰੋ, ਇੱਕ ਕਿਆ ਚੀਜ਼ ਹੈ। ਉਹ ਘੋੜੇ ਦਾ ਨਿਯਮ ਇਹ ਬਣਾਤਾ ਉਹਨਾਂ ਨੇ ਕਿ ਅਗਰ ਉਹ ਕਿਸੇ ਤੋਂ ਬੱਚਾ ਨਹੀਂ ਸਾਂਭਿਆ ਜਾਂਦਾ, ਜਾਂ ਉਹ ਕਹਿੰਦਾ ਮੇਰਾ ਇਹ ਕਿਸੇ ਤਰ੍ਹਾਂ ਅਣਚਾਹਿਆ ਬੱਚਾ ਹੈ, ਗਰੀਬੀ ਆ, ਸਾਨੂੰ ਬੱਚੇ ਪਹਿਲਾਂ ਹੀ ਬਹੁਤ ਨਹੀਂ ਚਾਹੀਦਾ, ਜਾਂ ਸਾਨੂੰ ਇਹ ਲੜਕੀ ਹੋ ਗਈ ਨਹੀਂ ਚਾਹੀਦੀ, ਤਾਂ ਉਹ ਸਰਕਾਰ ਕਹਿੰਦੀ ਵੀ ਉਹਦੇ ਵਿੱਚ ਰੱਖ ਜਾਓ, ਤੁਹਾਨੂੰ ਕਾਨੂੰਨ ਕੁਛ ਨਹੀਂ ਕਹਿੰਦਾ, ਤੁਹਾਡੇ ਤੇ ਕੋਈ ਪਰਚਾ ਨਹੀਂ ਹੋਏਗਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬੀ ਨੈਸ਼ਨਲ TV। ਮੈਂ ਦਵਿੰਦਰ ਮੰਡ, ਮੇਰੇ ਨਾਲ ਨੇ ਹਰ ਵਾਰ ਦੀ ਤਰ੍ਹਾਂ ਪੂਜਾ ਸੰਧੂ ਜੀ, ਤੇ ਅਸੀਂ ਦੋਵੇਂ ਇੱਕ ਵਾਰ ਫਿਰ ਹਾਜ਼ਰ ਹੋ ਗਏ ਹਾਂ ਪ੍ਰੋਗਰਾਮ ਲੈ ਕੇ ਗੱਲ ਪੰਜਾਬ ਦੀ। ਕੀ ਹਾਲ ਚਾਲ ਪੂਜਾ ਜੀ? ਮੈਂ ਬਹੁਤ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਮੈਂ ਬਹੁਤ ਵਧੀਆ, ਠੀਕ ਠਾਕ, ਚੜ੍ਹਦੀ ਕਲਾ। ਤੇ ਪੂਜਾ ਜੀ, ਆਪਾਂ ਪੁਰਾਣੇ ਪੰਜਾਬ ਦੀ ਗੱਲ ਕਰੀਏ ਤੇ ਪੁਰਾਣੇ ਪੰਜਾਬ ਦੇ ਵਿੱਚ ਸਾਡੇ ਕਹਿ ਲਓ ਕਿ ਮਾਹੌਲ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਧੀਆਂ ਨੂੰ ਕਹਿ ਲਓ ਕਿ ਕੁੱਖ ਦੇ ਵਿੱਚ ਵੀ ਮਾਰ ਦਿੰਦੇ ਸੀ ਜੀ। ਜੇ ਆਪਾਂ ਹੁਣ ਦੀ ਗੱਲ ਕਰੀਏ ਨਵੇਂ ਪੰਜਾਬ ਦੀ, ਨਵੇਂ ਪੰਜਾਬ ਦੇ ਵਿੱਚ ਵੀ ਇਹ ਚੀਜ਼ ਘਟੀ ਨਹੀਂ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਥੋੜੀ ਸੋਝੀ ਆ ਗਈ ਹੈ ਕਿ ਇਹ ਚੀਜ਼ ਸਾਨੂੰ ਭਰੂਣ ਹੱਤਿਆ ਜਿਹੜੀ ਨਹੀਂ ਕਰਨੀ ਚਾਹੀਦੀ। ਬਿਲਕੁਲ ਦਵਿੰਦਰ ਜੀ, ਇਹ ਗੱਲ ਸੱਚ ਹੈ। ਇੱਕ ਪਾਸੇ ਤਾਂ ਅਸੀਂ ਜਿਹੜੀ ਕੁੜੀ ਹੈ ਉਸ ਨੂੰ ਦੇਵੀ ਮੰਨਦੇ ਆ ਤੇ ਉਸ ਨੂੰ ਪੂਜਦੇ ਆ, ਤੇ ਦੂਸਰੇ ਪਾਸੇ ਹੀ ਉਸ ਨੂੰ ਕੁੱਖ ਦੇ ਵਿੱਚ ਮਾਰ ਵੀ ਦਿੰਦੇ ਆ ਤੇ ਉਸ ਦਾ ਅਨਾਦਰ ਕਰਦੇ ਆ। ਸਿਰਜਣਹਾਰੀ ਨੂੰ ਅਸੀਂ ਕੁੱਖ ਦੇ ਵਿੱਚ ਮਾਰ ਕੇ ਸਾਬਤ ਕਰ ਦਿੰਦੇ ਆ ਕਿ ਸਿਰਫ ਕਿਤਾਬਾਂ ਦੇ ਵਿੱਚ ਜਾਂ ਫਿਰ ਤਿਉਹਾਰਾਂ ਵਾਲੇ ਦਿਨ ਹੀ ਅਸੀਂ ਦੇਵੀ ਨੂੰ ਪੂਜਦੇ ਆ, ਉਸ ਤੋਂ ਬਾਅਦ ਉਹ ਦੇਵੀ ਸਾਡੇ ਤੇ ਕਦੋਂ ਬੋਝ ਬਣ ਜਾਂਦੀ ਹੈ ਸਾਨੂੰ ਆਪ ਨੂੰ ਨਹੀਂ ਪਤਾ ਲੱਗਦਾ। ਪਰ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕੁੜੀਆਂ ਨੂੰ ਬਚਾਉਣ ਦੇ ਲਈ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੇ ਲੋਕ ਏਦਾਂ ਦੇ ਨੇ ਜੋ ਕਿ ਕੰਮ ਕਰ ਰਹੇ ਨੇ, ਤੇ ਕਿਤੇ ਨਾ ਕਿਤੇ ਸਰਕਾਰ ਵੀ ਹੁਣ ਐਕਟਿਵ ਹੋਈ ਹੈ ਇਹਨਾਂ ਗੱਲਾਂ ਨੂੰ ਲੈ ਕੇ। ਸੋ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਸਾਡੇ ਨਾਲ ਅੱਜ ਜਿਹੜੇ ਸਾਡੇ ਮਹਿਮਾਨ ਨੇ ਜੀ, ਉਹਨਾਂ ਦੇ ਨਾਲ ਅਸੀਂ ਤੁਹਾਨੂੰ ਰੂਬਰੂ ਕਰਵਾਉਣਾ ਚਾਹਾਂਗੇ, ਕਿਉਂਕਿ ਉਹਨਾਂ ਨੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਬਹੁਤ ਹੀ ਵਧੀਆ ਕੰਮ ਕੀਤੇ ਨੇ, ਉਪਰਾਲੇ ਕੀਤੇ ਨੇ, ਤੇ ਕਾਫੀ ਲੰਮੇ ਸਮੇਂ ਤੋਂ ਇਹ ਸੇਵਾ ਨਿਭਾ ਰਹੇ ਨੇ। ਸੋ ਸਵਾਗਤ ਕਰਦੇ ਹਾਂ ਸਾਡੇ ਸਟੂਡੀਓ ਦੇ ਵਿੱਚ ਅੱਜ ਪਹੁੰਚੇ ਹੋਏ ਮਹਿਮਾਨ ਦਾ, ਜਸਪਾਲ ਸਿੰਘ ਗਿੱਧਾ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰ ਬਹੁਤ-ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਤੇ ਹੁਣ ਅਸੀਂ ਗੱਲ ਕਰਦੇ ਹਾਂ ਤੁਹਾਡੀ ਲਾਈਫ ਤੋਂ, ਸ਼ੁਰੂਆਤ ਕਰਦੇ ਹਾਂ ਕੁੜੀਆਂ ਦੇ ਬਾਰੇ ਵੀ ਗੱਲ ਕਰਾਂਗੇ ਕਿ ਤੁਸੀਂ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਵਾਸਤੇ ਬਹੁਤ ਸਾਰੇ ਉਪਰਾਲੇ ਕੀਤੇ ਨੇ, ਤੇ ਨਾਲ ਹੀ ਨਾਲ ਬਲੱਡ ਡੋਨੇਸ਼ਨ ਕੈਂਪ ਵੀ ਤੁਸੀਂ ਲਗਾਉਂਦੇ ਰਹਿੰਦੇ ਹੋ, ਖੂਨਦਾਨ ਵੀ ਕਰਦੇ ਰਹਿੰਦੇ ਹੋ, ਤੇ ਉਹਦੇ ਬਾਰੇ ਵੀ ਲੋਕਾਂ ਨੂੰ ਅਵੇਅਰ ਕਰਦੇ ਹੋ। ਸੋ ਸਭ ਤੋਂ ਪਹਿਲਾਂ ਗੱਲਾਂ ਬਹੁਤ ਨੇ ਅੱਜ ਸਾਡੇ ਪ੍ਰੋਗਰਾਮ ਦੇ ਵਿੱਚ ਕਰਨ ਵਾਸਤੇ, ਤੇ ਪਰ ਅਸੀਂ ਸਟੈਪ ਬਾਏ ਸਟੈਪ ਗੱਲ ਕਰਦੇ ਹਾਂ। ਤੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਤੁਹਾਡੇ ਮਨ ਦੇ ਵਿੱਚ ਇੱਕ ਖਿਆਲ ਕਿਵੇਂ ਆਇਆ? ਕਿਉਂਕਿ ਇੱਕ ਸਮਾਜ ਦੀ ਸੇਵਾ ਕਰਨੀ ਔਰ ਇਸ ਦੇ ਬਾਰੇ ਸੋਚਣਾ ਤੇ ਫਿਰ ਉਸ ਨੂੰ ਪ੍ਰੈਕਟੀਕਲੀ ਕਰਨਾ, ਬਹੁਤ ਹੀ ਅੰਤਰ ਪੈ ਜਾਂਦਾ ਇਸ ਗੱਲ ਦੇ ਵਿੱਚ। ਤੇ ਤੁਹਾਡੇ ਮਨ ਦੇ ਵਿੱਚ ਖਿਆਲ ਕਿਵੇਂ ਉਪਜਿਆ? ਇਹ ਇਸ ਤਰ੍ਹਾਂ ਹੈ ਕਿ ਮੈਂ ਇਹੋ ਜਿਹੇ ਪਰਿਵਾਰ ਜਨਮ ਲਿਆ ਜਿੱਥੇ ਆਜ਼ਾਦੀ ਦੀ ਗੱਲ ਹੋ ਰਹੀ ਸੀ, ਦੇਸ਼ ਭਗਤੀ ਦੀ ਗੱਲ ਹੋ ਰਹੀ ਸੀ ਜੀ,
ਮਜ਼ਦੂਰਾਂ ਕਿਸਾਨਾਂ ਦੀ ਮਿਹਨਤੀ ਲੋਕਾਂ ਦੀ ਗੱਲ ਹੋ ਰਹੀ ਸੀ। ਜੀ। ਤਾਂ ਉਹ ਜਿਹੜੀ ਘਰ ਦੇ ਵਿੱਚੋਂ ਸਪਿਰਿਟ ਮਿਲੀ, ਉਹਦੇ ਨਾਲ ਕੁਝ ਇਹੋ ਜਿਹੀਆਂ ਸਰਗਰਮੀਆਂ ਬਚਪਨ 'ਚ ਸ਼ੁਰੂ ਹੋ ਗਈਆਂ। ਮਸਲਨ ਆਪਣੇ ਪਿੰਡ ਦੇ ਵਿੱਚ ਇੱਕ ਬਾਲ ਸਭਾ ਫਾਰਮ ਕਰ ਲਈ ਜੀ, ਤੇ ਉਹਦੇ ਵਿੱਚੋਂ ਪਲੇ ਪਾਰਟੀ ਬਣਾ ਲਈ, ਨਾਟਕ ਆਪਣੇ ਸਾਥੀਆਂ ਨੂੰ ਲੈ ਕੇ। ਤਾਂ ਪਿੰਡ ਦੇ ਵਿੱਚ ਨਾਟਕਾਂ ਦੀ ਪੇਸ਼ਕਾਰੀ ਹੋਈ ਸਮਾਜਿਕ ਸਮੱਸਿਆਵਾਂ ਤੇ। ਤਾਂ ਪਿੰਡ ਦੇ ਬਜ਼ੁਰਗਾਂ ਨੇ ਵੱਡਿਆਂ ਨੂੰ ਆਖਿਆ ਕਿ ਤੁਹਾਡੇ ਨਾਲੋਂ ਤਾਂ ਬੱਚੇ ਅੱਗੇ ਟੱਪ ਗਏ। ਤਾਂ ਉਹ ਸਾਡੀ ਇਹੋ ਜਿਹੀ ਸ਼ੁਰੂਆਤ ਸੀ ਜਿਹਨੂੰ ਉਸ ਵੇਲੇ ਦੇ ਅਖਬਾਰਾਂ ਨੇ ਵੀ ਖਬਰਾਂ 'ਚ ਥਾਂ ਦਿੱਤਾ। ਤਾਂ ਅੱਗੇ ਵਧਦੇ ਗਏ, ਫਿਰ ਵਿਦਿਆਰਥੀ ਜੀਵਨ ਸ਼ੁਰੂ ਹੋਇਆ। ਉੱਥੇ ਵੀ ਜਾ ਕੇ ਵਿਦਿਆਰਥੀ ਸਮੱਸਿਆਵਾਂ ਦੇ ਉੱਤੇ ਸੰਘਰਸ਼ ਕਰਨ ਦਾ, ਇਕੱਠੇ ਹੋਣ ਦਾ, ਗੱਲ ਕਰਨ ਦਾ ਮੌਕੇ ਮਿਲਦੇ ਰਹੇ। ਸੋ ਇਸ ਤਰ੍ਹਾਂ ਕਰਦੇ ਕਰਦੇ ਨੌਕਰੀ 'ਚ ਆ ਗਏ। ਜਦੋਂ ਨੌਕਰੀ 'ਚ ਆਏ ਤਾਂ ਬੁਢਲਾਡਾ ਡਿਸਟ੍ਰਿਕਟ ਮਾਨਸਾ ਦੇ ਵਿੱਚ ਉੱਥੇ ਸਰਵਿਸ ਕਰਦੇ ਆ ਰਾਮਪੁਰਾ ਫੂਲ ਦੇ ਲੋਕ, ਜਿਨ੍ਹਾਂ ਨੇ ਏਸ਼ੀਆ ਵਿੱਚ ਸਭ ਤੋਂ ਵੱਧ ਕੰਮ ਕੀਤਾ ਖੂਨਦਾਨ ਲਹਿਰ 'ਤੇ। ਉਹ ਸਾਨੂੰ ਜਾਗਰੂਕ ਕਰਨ ਆਏ। ਮਨ ਦੇ ਵਿੱਚ ਉਹੀ ਗੱਲ ਕਿ ਜੇ ਦਸਮ ਪਾਤਸ਼ਾਹੀ ਸਾਨੂੰ ਐਡਾ ਵੱਡਾ ਇਤਿਹਾਸ ਦੇ ਗਏ ਤੇ ਆਪਣੇ ਸਾਹਿਬਜ਼ਾਦਿਆਂ ਨੂੰ ਵਾਰ ਗਏ, ਆਪਣੇ ਪਰਿਵਾਰ ਨੂੰ ਵਾਰ ਗਏ, ਤੇ ਖੂਨ ਦੇਣਾ ਤਾਂ ਕੋਈ ਬਹੁਤ ਛੋਟੀ ਜਿਹੀ ਗੱਲ ਆ ਉਹਦੇ ਮੁਕਾਬਲੇ। ਤੋਂ ਹੱਥ ਖੜਾ ਕੀਤਾ। ਤਾਂ ਦੂਜੇ ਦਿਨ ਕੈਂਪ ਸੀ। ਤਾਂ ਕੈਂਪ ਦੇ ਵਿੱਚ ਜਦੋਂ ਮੈਂ ਖੂਨਦਾਨੀ ਦੇ ਤੌਰ 'ਤੇ ਹਿੱਸਾ ਲੈਣਾ ਸੀ ਤਾਂ ਆਪਣੇ ਸਟੂਡੈਂਟਸ ਨੂੰ ਆਖਿਆ ਕਿ ਮੈਨੂੰ ਪਹਿਲਾਂ ਦੇਖਣਾ, ਅਗਰ ਮੈਨੂੰ ਕੋਈ ਘਬਰਾਹਟ ਹੁੰਦੀ ਹੈ ਜਾਂ ਚੱਕਰ ਆਉਂਦਾ, ਤੁਸੀਂ ਖੂਨ ਨਾ ਦਈਓ। ਜੇ ਮੈਂ ਠੀਕ ਰਿਹਾ ਤਾਂ ਤੁਸੀਂ ਵੀ ਦਿਓ। ਤਾਂ ਬੱਚੇ ਵੀ ਤਿਆਰ ਹੋ ਗਏ। ਤੇ ਮੇਰੇ ਸਟਾਫ ਮੈਂਬਰ ਜਿਹੜੇ ਮੈਨੂੰ ਰੋਕਦੇ ਸੀ, ਉਹਨਾਂ ਨੇ ਵੀ ਬਾਅਦ ਦੇ ਵਿੱਚ ਮਨ ਬਦਲਿਆ ਵੀ ਇਹ ਨਵੇਂ ਸ਼ਹਿਰ ਵੱਲ ਦਾ ਬੰਦਾ ਸਾਡੇ ਇਲਾਕੇ ਜਾ ਕੇ ਇਹ ਖੂਨ ਦੇ ਰਿਹਾ, ਆਪਾਂ ਵੀ ਦਈਏ। ਤਾਂ ਦੂਜੇ ਦਿਨ ਉਹ ਕੈਂਪ ਬੜਾ ਕਾਮਯਾਬ ਸੀ। 87 ਦੇ ਵਿੱਚ ਨਵਾਂ ਸ਼ਹਿਰ ਆ ਗਏ। ਇੱਥੇ ਵੀ ਸੰਸਥਾ ਦੇ ਵਿੱਚ ਖੂਨਦਾਨ ਲਾਉਣ ਵਾਸਤੇ ਲੋਕ ਆਏ ਜਿਹਨਾਂ ਨੂੰ ਮੈਂ ਜਾਣਦਾ ਨਹੀਂ ਸੀਗਾ। ਤਾਂ ਉਹ ਉੱਥੋਂ ਇਹ ਲੱਗ ਚੁੱਕਾ ਸੀ ਜੰਮਣ, ਤੇ 3 ਮਹੀਨੇ ਦਾ ਗੈਪ ਚਾਹੀਦਾ ਸੀ। ਤਾਂ ਮੈਂ ਉੱਥੇ ਵੀ ਫਿਰ ਇਹੀ ਗੱਲ ਕੀਤੀ ਕਿ ਪਹਿਲਾਂ ਮੈਂ ਦੇਵਾਂਗਾ, ਫਿਰ ਮੇਰੇ ਬੱਚੇ ਵੀ ਦੇਣ। ਕੈਂਪ ਕਾਮਯਾਬ ਸੀ। ਜਲੰਧਰ ਜ਼ਿਲ੍ਹੇ ਵਿੱਚ ਹੋਇਆ ਕਰਦਾ ਸੀ ਨਵਾਂ ਸ਼ਹਿਰ ਉਸ ਵੇਲੇ 87 ਦੇ ਵਿੱਚ। ਤਾਂ ਸ਼ਹੀਦ ਭਗਤ ਸਿੰਘ ਨਗਰ ਅਜੇ ਨਹੀਂ ਸੀ ਬਣਿਆ ਜ਼ਿਲ੍ਹਾ, ਇਹ ਤਾਂ 95 'ਚ ਬਣਿਆ। ਤਾਂ ਉੱਥੇ ਕਰਦੇ ਕਰਦੇ ਜਦੋਂ ਇੱਕ ਉਹਨਾਂ ਸਾਥੀਆਂ ਨੂੰ ਮੈਂ ਚੰਗਾ ਲੱਗਿਆ, ਉਹਨੇ ਉਹ ਟੀਮ ਦੇ ਵਿੱਚ ਲੈ ਲਿਆ। ਬਲੱਡ ਬੈਂਕ ਅਜੇ ਬਣਿਆ ਨਹੀਂ ਸੀ। ਤਾਂ ਬਲੱਡ ਬੈਂਕ ਬਣਿਆ, ਉਹਦੇ ਉੱਤੇ ਭਗਤ ਪੂਰਨ ਸਿੰਘ ਜੀ ਨੇ ਉਦਘਾਟਨ ਕੀਤਾ। ਤਾਂ ਉਹਦੇ ਵਿੱਚ ਉਸ ਟੀਮ ਦੇ ਵਿੱਚ ਅਸੀਂ 7 ਲੋਕ ਜਦ ਦੇ ਚੱਲੇ ਹਾਂ ਤੇ ਕੋਈ ਵੋਟਾਂ ਨਹੀਂ ਪੈਣੀਆਂ। ਪਾਸੇ ਇੱਕ ਰੋਟੇਸ਼ਨ ਦੇ ਵਿੱਚ ਹੀ ਪ੍ਰਧਾਨ ਸੈਕਟਰੀ ਚੱਲੇ ਜਾਂਦੇ ਆ। ਤੇ ਇਸ ਵੇਲੇ 54 ਮੁਲਾਜ਼ਮ ਆ ਤੇ ਰਾਤ ਦਿਨ ਦੀ 24 ਘੰਟੇ ਸੇਵਾ ਹੈ। ਪੰਜਾਬ ਦੇ ਵਿੱਚ ਕਹਿ ਸਕਦੇ ਹਾਂ ਕਿ ਇੱਕ ਬੜਾ ਸਥਾਪਿਤ ਬਲੱਡ ਬੈਂਕ ਆ, ਜਿਹੜਾ ਸ਼ਾਇਦ ਪੰਜਾਬ 'ਚ ਹੋਰ ਕਿਤੇ ਨਾ ਹੋਵੇ ਉਹਦੇ ਨਾਲ। ਤਾਂ ਉੱਥੇ ਕੰਮ ਕਰਦੇ ਹਾਂ। 2005 ਦੀ ਗੱਲ ਆ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਇੱਕ ਡਿਪਟੀ ਕਮਿਸ਼ਨਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਨੇ ਜੁਆਇਨ ਕੀਤਾ। ਅਸੀਂ ਵਿਸ਼ਵ ਆਬਾਦੀ ਦਿਵਸ 'ਤੇ ਉਹਨਾਂ ਨੂੰ ਮਿਲਣ ਗਏ ਤਾਂ ਉਹਨਾਂ ਨੇ ਗੱਲਾਂ ਕਰਦੇ ਕਰਦੇ ਕੋਈ ਇਹੋ ਜਿਹਾ ਮਨ ਬਣਾਇਆ ਕਿ ਅਗਲੇ ਦਿਨ ਮਾਰਨਿੰਗ ਸਾਨੂੰ ਕਿਹਾ ਵੀ ਤੁਸੀਂ ਮੇਰੇ ਕੋਲ ਆਏ ਸੀ, ਆ ਜਾਓ ਕੋਈ ਹੋਰ ਗੱਲ ਕਰੀਏ। ਤੇ ਅਗਲੇ ਦਿਨ ਉਹਨਾਂ ਕੋਲ ਗਏ ਤਾਂ ਕਹਿੰਦੇ ਵੀ ਕਿੰਨੇ ਕੁ NGO ਤੁਹਾਡੇ ਜ਼ਿਲ੍ਹੇ ਵਿੱਚ? ਅਸੀਂ ਕਿਹਾ ਵੀ 70-75 ਹੈਗੇ ਨੇ। ਕਹਿੰਦੇ ਬੁਲਾਓ ਫਿਰ ਗੱਲਾਂ ਕਰੀਏ। ਫਿਰ ਉਹਨਾਂ ਦੀ ਮੀਟਿੰਗ ਬੁਲਾਈ ਤੇ ਉਹਨਾਂ ਨੇ ਆਖਿਆ ਕਿ ਮੈਂ ਬੇਸ਼ੱਕ ਡਿਪਟੀ ਕਮਿਸ਼ਨਰ ਹਾਂ, ਪਰ ਜਿਹੜੀ ਸਮੱਸਿਆ 'ਤੇ ਮੈਂ ਗੱਲ ਕਰਨ ਲੱਗਾ ਉਹ ਸਰਕਾਰ ਦੀ ਕੋਈ ਮੈਨੂੰ ਸਿਖਾਈ ਹੋਈ ਗੱਲ ਨਹੀਂ ਹੈ। ਕੁੜੀਆਂ ਘਟ ਰਹੀਆਂ। ਤਾਂ ਸਮਾਜ ਬੇਸਮਝੀ ਦੇ ਵਿੱਚ ਅਗਿਆਨਤਾ ਬਸ ਕੁੜੀਆਂ ਨੂੰ ਜਨਮ ਨਹੀਂ ਲੈਣ ਦਿੰਦਾ। ਆਪਾਂ ਇਹਨੂੰ ਪ੍ਰਾਇਓਰਟੀ 'ਤੇ ਕਰੀਏ, ਪਹਿਲ ਦੇ ਆਧਾਰ 'ਤੇ ਕਰੀਏ। ਕਹਿੰਦੇ ਮੈਂ ਇੱਕ ਸਰਵੇ ਕਰਵਾਇਆ ਹੈ 1 ਸਾਲ ਦੇ ਬੱਚਿਆਂ ਦੇ ਵਿੱਚ ਕਿ 1000 ਲੜਕੇ ਮਗਰ 775 ਲੜਕੀਆਂ ਹੀ ਆ ਰਹੀਆਂ, ਜਦੋਂ ਕਿ ਰੱਬ ਜੀ ਨੇ 1000 ਮਗਰ 1000 ਭੇਜੀਆਂ ਸੀ। ਤੇ ਇਹ ਬੜੀ ਵੱਡੀ ਸਮੱਸਿਆ ਹੈ। ਤੁਸੀਂ NGO ਅੰਬਰੇਲਾ ਬਣਾਓ ਤੇ ਉਹਦਾ ਜੋ ਮਰਜ਼ੀ ਨਾਮ ਰੱਖੋ, ਮੈਂ ਉਹਦਾ ਮੋਹਰੀ ਬਣ ਜਾਊਂਗਾ। ਤੇ ਪ੍ਰਸ਼ਾਸਨ ਦੇ ਜਿਹੜੀਆਂ ਸਰਕਾਰੀ ਮਹਿਕਮੇ ਆ, ਇਨਫੋਰਸਮੈਂਟ ਆ, ਉਹਨਾਂ ਨੂੰ ਵੀ ਤੇ ਤੁਹਾਨੂੰ ਵੀ ਰਲ ਕੇ ਇਕੱਠੇ ਕਰਕੇ ਇਸ ਸਮੱਸਿਆ ਤੋਂ ਜਾਗਰੂਕਤਾ ਵੀ ਪੈਦਾ ਕਰੀਏ। ਤੇ ਜਿਹੜੇ ਲੋਕੀ ਜਾਣਬੁੱਝ ਕੇ ਲਾਅ ਤੋੜਦੇ ਆ, ਜਿਹੜੇ ਇਸ ਗੈਰ ਕਾਨੂੰਨੀ ਕੰਮ 'ਚ ਫਸੇ ਨੇ, ਉਹਨਾਂ ਨੂੰ ਡੰਡੇ ਨਾਲ ਵੀ ਸਿੱਧੇ ਕਰੀਏ। ਇੱਦਾਂ ਇਹ ਸਫ਼ਰ ਸ਼ੁਰੂ ਹੋਇਆ। ਅੱਛਾ ਜੀ। ਤੇ ਫਿਰ ਜਦੋਂ ਇਹ ਸਫ਼ਰ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਕਿਸ਼ਨ ਕੁਮਾਰ ਜੀ ਬਾਰੇ ਤੁਸੀਂ ਦੱਸਿਆ ਕਿ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕੀਤਾ, ਸ਼ੁਰੂਆਤ ਕੀਤੀ ਇਸ ਦੀ। ਤੇ ਕਿੰਨੇ ਕੁ NGOs ਜਿਹੜੇ ਸੀ ਉਹਨਾਂ ਦੇ ਨਾਲ ਕੰਮ ਕਰ ਰਹੇ ਸੀ? ਤੁਸੀਂ ਵੀ ਵਿੱਚ ਨਾਲ ਹੀ ਸੀਗੇ। ਤੇ ਹੋਰ ਕੌਣ ਸੀ? ਅਸੀਂ ਜਿੱਦਾਂ ਬਲੱਡ ਡੋਨਰ ਕੌਂਸਲ ਨਵਾਂ ਸ਼ਹਿਰ ਹੈ, ਇੱਕ ਸਾਡੇ ਆਈ ਡੋਨੇਸ਼ਨ ਨੇਤਰਦਾਨ ਲਹਿਰ ਦੇ ਉੱਤੇ ਕੰਮ ਕਰਦੀ ਸੰਸਥਾ ਹੈ। ਇਸ ਤਰ੍ਹਾਂ ਹੀ ਬਹੁਤ ਸਾਰੀਆਂ ਭਾਈ ਕਨਈਆ ਸਿਵਲ ਸੁਸਾਇਟੀ, ਉਹਦੇ ਨਾਲ ਪਿੰਡਾਂ ਦੀਆਂ ਸਪੋਰਟਸ ਕਲੱਬ ਤੋਂ
ਗੁਰੂ ਰਵਿਦਾਸ ਜੀ ਦੇ ਨਾਂ ਤੇ, ਗੁਰੂ ਨਾਨਕ ਜੀ ਦੇ ਨਾਂ ਤੇ, ਮਹਾਪੁਰਸ਼ਾਂ ਦੇ ਨਾਂ ਤੇ, ਸ਼ਹੀਦ ਆਜ਼ਮ ਭਗਤ ਸਿੰਘ ਦੇ ਨਾਂ ਦੇ ਉੱਤੇ ਸੰਸਥਾਵਾਂ ਕੰਮ ਕਰ ਰਹੀਆਂ। ਉਹਨਾਂ ਦੇ ਫੀਲਡ ਅੱਡ ਨੇ। ਕੋਈ ਜੇ ਬੱਚਿਆਂ ਦੀ ਫੀਸਾਂ ਦੀਆਂ ਲੋੜਾਂ ਪੂਰੀਆਂ ਕਰਦਾ ਹੈ ਤਾਂ ਦੂਜਾ ਜਿਹੜਾ ਹੈ ਉਹ ਨੇਤਰਦਾਨ, ਕਿ ਜਦੋਂ ਆਦਮੀ ਦੁਨੀਆ ਤੋਂ ਚਲੇ ਜਾਂਦਾ ਤਾਂ ਉਹਦੇ ਜਿਹੜੇ ਨੇਤਰ ਆ ਅਗਨ ਭੇਟ ਹੋ ਜਾਂਦੇ ਆ। ਜਦੋਂ ਕਿ ਇਹ ਜੇ ਇੱਕ ਖਾਸ ਸਮੇਂ ਦੇ ਅੰਦਰ ਲੈ ਜਾਣ ਤਾਂ 2 ਜਿਹੜੇ ਨਿਗਾਹ ਤੋਂ ਵਿਹੂਣੇ ਲੋਕ ਆ ਉਹਨਾਂ ਨੂੰ ਨਿਗਾਹ ਦੇ ਸਕਦੇ ਆ। ਤਾਂ ਇਸ ਤਰ੍ਹਾਂ ਦੀ ਉਹ ਕੰਮ ਕਰਦੀ ਸੰਸਥਾ, ਬਹੁਤ ਸਾਰੀਆਂ ਸੰਸਥਾਵਾਂ ਜੁੜੀਆਂ, ਮੀਟਿੰਗ ਹੋਈ। ਤਾਂ ਕ੍ਰਿਸ਼ਨ ਕੁਮਾਰ ਜੀ ਨੇ ਇਹੀ ਦੱਸਿਆ ਕਿ ਇਹ ਸਮੱਸਿਆ ਜਿਹੜੀ ਹੈ ਸਮਾਜ ਦੇ ਵਿੱਚ, ਇਹਨੂੰ ਆਪਾਂ ਹੱਲ ਕਰ ਸਕਦੇ ਹਾਂ, ਥੋੜ੍ਹੀ ਜਾਗਰੂਕਤਾ ਦੀ ਲੋੜ ਆ। ਤਾਂ ਉਹਦੇ ਲਈ ਅਸੀਂ ਸੁਸਾਇਟੀ ਦਾ ਨਾਮ ਰੱਖਿਆ ਉਪਕਾਰ ਕੋਆਰਡੀਨੇਸ਼ਨ ਸੁਸਾਇਟੀ। ਉਹਦੇ ਜਿਹੜੇ ਫਾਊਂਡਰ ਚੀਫ ਪੈਟਰਨ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਬਣੇ, ਔਰ ਉਹਨਾਂ ਨੇ ਫਿਰ ਸ਼ੁਰੂ ਕੀਤਾ ਕਿ ਮਹੀਨੇ ਵਿੱਚ ਇੱਕ ਮੀਟਿੰਗ ਅਲੱਗ-ਅਲੱਗ ਸਰਕਾਰੀ ਵਿਭਾਗ, ਜਿਹਦੇ ਵਿੱਚ ਸਰਕਾਰੀ ਮਹਿਕਮੇ, ਪੁਲਿਸ ਮਹਿਕਮਾ ਹੋ ਗਿਆ, ਸਿੱਖਿਆ ਵਿਭਾਗ ਹੋ ਗਿਆ, ਸਿਹਤ ਮਹਿਕਮਾ, ਸਮਾਜਿਕ ਸੁਰੱਖਿਆ ਵਿਭਾਗ ਤੇ ਸਿੱਖ ਐਜੂਕੇਸ਼ਨ ਮੈਂ ਪਹਿਲਾਂ ਦੱਸਤਾ, ਸੋਸ਼ਲ ਸਿਕਿਉਰਿਟੀ। ਤਾਂ ਇਹਨਾਂ ਸਾਰੇ ਮਹਿਕਮਿਆਂ ਨੂੰ ਜਿਹੜੇ ਕਿ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਪਾ ਸਕਦੇ ਆ ਜਾਂ ਜਾਗਰੂਕਤਾ ਲਈ ਕੰਮ ਆ ਸਕਦੇ ਆ, ਉਹਨਾਂ ਸਾਰਿਆਂ ਨੂੰ ਮੀਟਿੰਗ ਕਰਕੇ ਤੇ ਇੱਕ ਉਹਨਾਂ ਨੇ ਸਮਾਜ ਸੇਵਕਾਂ ਨਾਲ ਕਰ ਲਈ, ਇੱਕ ਸਾਂਝੀ ਕਰ ਲਈ। ਤੇ ਉਹਦੇ ਵਿੱਚ ਕਿਹਾ, ਪਹਿਲਾ ਸਟੈਪ ਉਹਨਾਂ ਨੇ ਕਿਹਾ ਵੀ ਜਿਹੜੇ ਵੀ ਇਸ ਬੁਰਾਈ ਦੇ ਵਿੱਚ, ਬੁਰਾਈ ਨੂੰ ਵਧਾਉਣ 'ਚ ਹਿੱਸਾ ਪਾ ਰਹੇ ਮੈਡੀਕਲ ਪ੍ਰੋਫੈਸ਼ਨ ਦੇ, ਚੰਗੇ ਡਾਕਟਰ ਵੀ ਬਹੁਤ ਨੇ ਲੇਕਿਨ ਜਿਹੜੇ ਪੈਸੇ ਦੇ ਲੋਭੀ ਉਹ ਵੀ ਹੈਗੇ ਆ, ਬਿਲਕੁਲ ਦਾਈਆਂ ਵੀ ਇਸ ਤਰ੍ਹਾਂ। ਉਹਨਾਂ ਦੇ ਸੈਮੀਨਾਰ ਕੀਤੇ ਅੱਡ-ਅੱਡ। ਉਹ ਸੈਮੀਨਾਰ 'ਚ ਜਾਗਰੂਕਤਾ, ਕੰਮ, ਚੇਤਾਵਨੀ, ਦੋਵੇਂ ਕੰਮ ਸੀ ਕਿ ਅੱਜ ਤੋਂ ਬਾਅਦ ਮੈਂ ਫੜਨੇ ਵਾਲਾ। ਤੇ ਡਾਕਟਰਾਂ ਨੇ ਆਖਿਆ ਵੀ ਕਹਿੰਦੇ ਕਰੋ ਜੀ, ਕੋਈ ਨਹੀਂ ਫੜੋ, ਅਸੀਂ ਨਹੀਂ ਕਰਦੇ। ਉਹ ਕਹਿੰਦੇ ਕੋਈ ਨਹੀਂ, ਮੈਂ ਹੁਣ ਬਸ ਫੜਨੇ ਵਾਲਾ। ਤੇ ਇਹਦੇ ਨਾਲ ਜ਼ਿਲ੍ਹੇ ਵਿੱਚ ਇੱਕ ਚਰਚਾ ਸ਼ੁਰੂ ਹੋ ਗਈ। ਚਰਚਾ ਸ਼ੁਰੂ ਕਰਾਉਣ ਦਾ ਉਹਨਾਂ ਨੂੰ ਬੜਾ ਆਈਡੀਆ ਸੀ। ਇੱਕ ਬਿਆਨ ਦੇ ਦਿੱਤਾ ਉਹਨਾਂ ਨੇ ਕਿ ਜਿਹਨਾਂ ਪਿੰਡਾਂ ਦੀ ਸੈਕਸ ਰੇਸ਼ੋ, ਲਿੰਗ ਅਨੁਪਾਤ ਘਟੇਗਾ, ਉਹ ਸਰਪੰਚਾਂ 'ਤੇ ਪਰਚਾ ਹੋਏਗਾ। ਅੱਛਾ ਜੀ। ਅਗਲੇ ਦਿਨ ਸਰਪੰਚ ਸਾਰਿਆਂ ਨੇ ਰੌਲਾ ਪਾਤਾ, ਹਾਏ ਹਾਏ ਸਾਡਾ ਕੀ ਕਸੂਰ ਆ। ਤੇ MLA ਨੂੰ ਮਿਲੇ ਜਾ ਕੇ, MLA ਨੇ DC ਨਾਲ ਗੱਲ ਕੀਤੀ। DC ਸਾਹਿਬ ਕਹਿੰਦੇ ਵੀ ਕੋਈ ਨਹੀਂ, ਮੈਂ ਤਾਂ ਜਿਹੜੀ ਇਹ ਸਮੱਸਿਆ ਆ ਇਹ ਥੱਲੇ ਜ਼ਮੀਨ ਤੱਕ ਲੈ ਕੇ ਜਾਣੀ ਆ ਜੀ, ਤੇ ਇਹਦਾ ਚਰਚਾ ਮੈਂ ਕਰਵਾਈ ਆ। ਕਿੰਨੇ ਅੰਦਰ ਕਰਾਣੇ ਆ ਨਾ ਕਰਾਣੇ ਬਾਅਦ ਦੀ ਗੱਲ ਆ। ਤਾਂ ਪਿੰਡ ਗੱਲ ਸ਼ੁਰੂ ਹੋ ਗਈ ਵੀ DC ਤਾਂ ਇਸ ਤਰ੍ਹਾਂ ਕਹਿ ਰਿਹਾ। ਤਾਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਕੋਈ ਸਮੱਸਿਆ ਵੀ ਹੈ, ਕਿਉਂਕਿ ਪਹਿਲਾ ਕੰਮ ਇਹ ਸੀ ਕਿ ਸੱਚੀ ਮੁੱਚੀ ਕੁੜੀਆਂ ਘਟ ਰਹੀਆਂ। ਉਹਦੇ ਉੱਤੇ ਲੋਕਾਂ ਨੂੰ ਦੱਸਿਆ ਵੀ ਪਰਮਾਤਮਾ ਵੱਲੋਂ ਸਾਰੀ ਦੁਨੀਆ ਦੇ ਵਿੱਚ 1000 ਮੁੰਡੇ ਮਗਰ 1000 ਕੁੜੀ ਦਾ ਪ੍ਰਬੰਧ ਆ। ਅਸੀਂ ਆਪਣੇ ਘਰਾਂ ਦੇ ਹਿਸਾਬ ਨਹੀਂ ਰੱਖ ਸਕਦੇ। ਉਹ ਦੇਖੋ ਕੈਸਾ ਦੁਨੀਆ ਦਾ ਮਾਲਕ ਆ ਜਿਹਨੇ ਐਡੀ ਵੱਡੀ ਲੈਜ਼ਰ ਲਾਈ ਆ ਕਿ ਉਹ ਇਸ ਪ੍ਰਬੰਧ ਦੇ ਵਿੱਚੋਂ ਕਦੇ ਵੀ ਕਮਜ਼ੋਰੀ ਨਹੀਂ ਦਿਖਾਉਂਦਾ ਪਰਮਾਤਮਾ। ਤੋ ਸਾਨੂੰ ਕਹਿੰਦੇ ਵੀ ਜ਼ਿਲ੍ਹੇ ਦੇ ਕਿੰਨੇ ਪਿੰਡ ਆ? 470 ਪਿੰਡ ਸੀ। 470 ਦੇ ਵਿੱਚ ਹੀ ਪਹਿਲਾਂ ਮੇਰਾ ਸੁਨੇਹਾ ਲੱਗ ਜਵੇ। ਉਹਦੇ ਲਈ 5 ਗੱਡੀਆਂ ਕੀਤੀਆਂ, 5 ਬਲੌਕ, ਇੱਕ ਰਿਕਾਰਡਡ ਮੈਸੇਜ ਤਿਆਰ ਕੀਤਾ। ਔਰ ਕੋਈ ਪਿੰਡ ਵੀ ਰਹਿ ਨਾ ਜਾਵੇ, ਮੈਂ ਹਰ ਪਿੰਡ ਦੇ ਵਿੱਚ ਜਿੱਥੇ ਸੱਥ ਹੈਗੀ ਆ, ਪਿੰਡ 'ਚ ਲੋਕ ਬੈਠਦੇ ਆ, ਹਰ ਪਿੰਡ 'ਚ ਹੁੰਦਾ ਆ, ਉੱਥੇ ਜਾ ਕੇ ਅਣਜਾਣ ਬਣ ਕੇ ਉਹਨਾਂ 'ਚ ਬਹਿ ਜਾ ਕਰੋ। ਤੇ ਸਰ ਉਹ ਅੱਗੇ ਕੀ ਹੋਇਆ ਸੀ ਇਹ ਆਪਾਂ ਜਾਣਦੇ ਆ, ਪਰ ਉਸ ਤੋਂ ਪਹਿਲਾਂ ਇੱਕ ਸਮਾਂ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਆਪਾਂ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ। ਤੇ ਅੱਜ ਦੇ ਸਾਡੇ ਮਹਿਮਾਨ ਨੇ ਜਸਪਾਲ ਸਿੰਘ ਗਿੱਧਾ ਜੀ। ਸਰ ਆਪਾਂ ਗੱਲਬਾਤ ਕਰਦੇ ਪਏ ਸੀ ਕਿ ਤੁਸੀਂ ਰੈਲੀਆਂ ਵੀ ਕੱਢੀਆਂ, ਸੱਥਾਂ ਤੇ ਵੀ ਪਹੁੰਚੇ ਤੇ ਆਟੋ ਤੇ ਸਪੀਕਰ ਵੀ ਲਾਏ। ਫਿਰ ਉਸ ਤੋਂ ਅੱਗੇ ਤੁਸੀਂ ਕਿੱਦਾਂ ਅੱਗੇ ਕੰਮ ਸ਼ੁਰੂ ਕੀਤਾ? ਅੱਗੇ ਕੰਮ ਥੋੜਾ ਜਿਹਾ ਸਟਾਰਟ ਕਹਿੰਦੇ ਔਖਾ ਹੁੰਦਾ ਜੀ। ਜਦੋਂ ਆਪਾਂ ਸਾਈਕਲ ਤੇ ਪਹਿਲਾ ਪੈਡਲ ਮਾਰਦੇ ਆ ਉਹ ਔਖਾ ਹੁੰਦਾ। ਇਸ ਤਰ੍ਹਾਂ ਜਦੋਂ ਕੰਮ ਸ਼ੁਰੂ ਹੋਇਆ ਤਾਂ ਮੈਨੂੰ ਯਾਦ ਹੈ ਵੀ ਇੱਕ ਸੈਮੀਨਾਰ ਸ਼ਹਿਰ ਦੇ ਬਹੁਤ ਵੱਡੇ ਸਕੂਲ ਦੇ ਵਿੱਚ ਕੀਤਾ ਗਿਆ। ਤਾਂ ਉੱਥੇ ਇੱਕ ਪ੍ਰਗਤੀ ਕਲਾ ਕੇਂਦਰ ਨਾਂ ਦਾ ਨਾਟਕ ਮੰਡਲੀ ਹੈ ਇੱਧਰੋਂ ਜ਼ਿਲ੍ਹਾ ਜਲੰਧਰ ਦੇ ਵਿੱਚ। ਉਹਨਾਂ ਨੇ ਇੱਕ ਕੋਰੀਓਗ੍ਰਾਫੀ ਪੇਸ਼ ਕੀਤੀ। ਉਹਦੇ ਵਿੱਚ ਇੱਕ ਬੱਚੀ ਆਪਣੇ ਅਨਬੋਰਨ ਬੱਚੀ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਉਹ ਮਾਂ ਨੂੰ ਕਹਿੰਦੀ ਆ ਵੀ ਪਰੇ ਡਾਕਟਰ ਖੜਾ ਹੈ ਆਪਣੀ ਯੂਨੀਫਾਰਮ 'ਚ ਤੇ ਉਹਦੇ ਸਟੈਥੋ ਹੈ ਮੋਢੇ ਤੇ। ਉਹ ਮਾਂ ਨੂੰ ਖਿੱਚਦੀ ਵੀ ਉੱਧਰ ਨਾ ਜਾਈ ਵੀ ਉਹਨੇ ਅਬੋਰਸ਼ਨ ਕਰ ਦੇਣਾ। ਨਾ ਮਾਰੀ ਮਾਏ, ਉਹ ਗਾਉਂਦੀ ਆ। ਸ਼ਾਇਦ ਗੀਤ ਪੰਜਾਬੀ ਦਾ ਬੜਾ ਹੈ ਮਸ਼ਹੂਰ ਆਰਟਿਸਟ ਦਾ। ਤਾਂ ਉਹਨਾਂ ਨੇ ਸ਼ਬਦ ਬੁੱਚੜ ਵਰਤਿਆ ਕਿ ਇਹਦੇ ਵਿੱਚ ਕਿ ਇਹ ਬੁੱਚੜ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਅਬੋਰਸ਼ਨ ਕਰਦੇ, ਧੀਆਂ ਨੂੰ ਕਤਲ ਕਰਦੇ। ਤਾਂ ਡਾਕਟਰਾਂ ਨੇ ਜਿਹੜੇ ਸ਼ਹਿਰ ਦੇ ਡਾਕਟਰ ਸੀ ਸਰਕਾਰੀ, ਉਹਨਾਂ ਨੇ ਹਾਲ ਦੇ ਵਿੱਚ ਨਾਅਰੇਬਾਜ਼ੀ ਸ਼ੁਰੂ ਕਰਤੀ
ਉਹ ਕਹਿੰਦੇ ਅਸੀਂ ਬਾਅਦ ਜਾਮ ਲਾਵਾਂਗੇ, ਸਾਨੂੰ ਬੁੱਚੜ ਆਖਿਆ। ਤਾਂ ਪ੍ਰੈਸ ਵਾਲੇ ਭੱਜ ਗਏ, ਡੀ ਸਭ ਕੋ ਆਏ, ਉਹ ਮੋਰੇ ਸੋਫੇ ਤੇ ਬੈਠੇ ਸੀ। ਅੱਛਾ। ਉਹ ਕਹਿੰਦੇ ਕੋਈ ਨਹੀਂ ਇਹ ਆਪੇ ਹੀ ਦੱਸ ਰਹੇ ਆ, ਇਹਨਾਂ ਲਈ ਕਿਹੜਾ ਸ਼ਬਦ ਵਰਤਿਆ ਗਿਆ, ਇਹਦੀ ਨਿਊਜ਼ ਲੱਗੇਗੀ। ਸ਼ਬਦ ਕੀ ਆਖਿਆ? ਬਿਲਕੁਲ ਬੁੱਚੜ ਆਖਿਆ। ਸਾਰਿਆਂ ਲਈ ਨਹੀਂ ਆਖਿਆ, ਜਿਹੜੇ ਕੰਮ ਕਰਦੇ ਹੁਣ ਉਹਨਾਂ ਲਈ ਆਖਿਆ। ਤਾਂ ਉਹ ਕੰਟਰੋਵਰਸੀ ਕ੍ਰੀਏਟ ਕਰਦੇ ਸੀ। ਦੂਜੇ ਦਿਨ ਇਹੀ ਹੈਡਿੰਗ ਲੱਗਿਆ ਅਖਬਾਰਾਂ 'ਚ ਕਿ ਡਾਕਟਰਾਂ ਨੂੰ ਬੁੱਚੜ ਕਹਿਣ ਤੇ ਹੰਗਾਮਾ। ਅੱਛਾ। ਤੇ ਉਹ ਕਹਿੰਦੇ ਬਸ ਮੈਂ ਆ ਹੀ ਜਾਂਦਾ ਸੀ। ਕਹਿੰਦੇ ਜਦੋਂ ਮੈਂ ਕਹਿਣਾ ਸੀ ਉਹਨਾਂ ਨੇ ਆਪੇ ਕਹਿਤਾ। ਤਾਂ ਉਹ ਸ਼ਬਦ ਲੋਕਾਂ 'ਚ ਚਲੇ ਗਿਆ। ਤੇ ਸਕੂਲਾਂ ਦੇ ਵਿੱਚ ਜਦੋਂ ਅਸੀਂ 5 ਗੱਡੀਆਂ ਘਵਾਈਆਂ, ਉਹਦੇ ਉੱਤੇ ਰਿਕਾਰਡਡ ਮੈਸੇਜ ਸੀਗਾ, ਜਿਹਦੇ ਵਿੱਚ ਇਹ ਕਿਹਾ ਸੀ ਕਿ ਪ੍ਰਮਾਤਮਾ ਇਸ ਤਰ੍ਹਾਂ 1000 ਮੁੰਡੇ ਮਗਰ 1000 ਕੁੜੀ ਭੇਜਦਾ ਕਿ ਸਮਾਜ ਦੇ ਵਿੱਚ ਗੁਨਾਹ ਹੋ ਰਹੇ ਨੇ। ਕੁਝ ਲੋਕੀ ਪੁੱਤਰ ਦੀ ਜ਼ਿਆਦਾ ਮਹੱਤਵਪੂਰਨ ਸਮਝਦੇ ਆ, ਕੁੜੀ ਨੂੰ ਬੋਝ ਸਮਝਦੇ ਆ। ਤੇ ਉਹੀ ਲੋਕ ਜਦੋਂ ਬੱਚਾ ਉਹਦਾ ਜਵਾਨ ਹੁੰਦਾ ਤਾਂ ਲੋਕਾਂ ਨੂੰ ਕਹਿੰਦੇ ਆ ਕੋਈ ਚੰਗੀ ਕੁੜੀ ਦੱਸਿਓ, ਹੈ ਨਾ, ਮੇਰਾ ਮੁੰਡਾ ਜਵਾਨ ਹੋ ਗਿਆ, ਫਿਰ ਕੁੜੀ ਚਾਹੀਦੀ ਆ। ਤੇ ਜੇ ਤਕਲੀਫ ਹੁੰਦੀ ਹਾਏ ਮਾਂ, ਕੁੜੀ ਵੀ ਚਾਹੀਦੀ ਆ ਪਰ ਪੜ੍ਹੀ ਲਿਖੀ ਚਾਹੀਦੀ ਆ, ਕੋਈ ਕੰਮ ਕਰ ਜਾਣਦੀ ਹੋਵੇ, ਜੌਬ ਕਰਦੀ ਹੋਵੇ, ਵੈਲ ਸੈਟਲਡ ਹੋਵੇ, ਉਹ ਕੁੜੀ ਭਾਲਦੇ ਨੇ। ਫਿਰ ਉਹੀ ਸਮਾਜ ਜਿਹੜਾ ਕਹਿੰਦਾ ਵੀ ਕੁੜੀ ਦੇ ਜੰਮਣ ਤੇ ਵਧਾਈ ਨਹੀਂ ਦੇਣੀ। ਕੋਈ ਬੰਦਾ ਵੀ ਸਮਾਜ ਦੇ ਵਿੱਚ ਕਿਸੇ ਦੀ ਧੀ ਜੰਮੇ ਤਾਂ ਵਧਾਈ ਨਹੀਂ ਦਿੰਦਾ। ਤੇ ਉਹ ਲੋਕ ਫਿਰ ਬੜੇ ਚਾਅ ਦੇ ਨਾਲ ਖੱਬੇ ਸੱਜੇ ਕਹਿਣਾ ਸ਼ੁਰੂ ਕਰ ਦਿੰਦੇ ਆ ਕਿ ਮੈਨੂੰ ਕੁੜੀ ਦੱਸੋ, ਕੁੜੀ ਤੁਹਾਡੇ ਵਾਂਗ ਕੁੜੀ ਜੇ ਨੌਕਰੀ ਕਰਦੀ ਹੋਵੇ ਤਾਂ ਹੋਰ ਵਧੀਆ, ਤੇ ਸੋਹਣੀ ਸੁਨੱਖੀ ਹੋਵੇ, ਉੱਚੀ ਲੰਮੀ ਹੋਵੇ। ਤਾਂ ਸਮਾਜ ਦੀ ਇਹ ਜਿਹੜੀ ਮਤਲਬ ਪ੍ਰਸਤੀ ਆ, ਇਹ ਵੀ ਅਸੀਂ ਉਹਨੂੰ ਸੁਨੇਹਾ 'ਚ ਨੰਗੀ ਕੀਤੀ ਕਿ ਮਾਂ ਚਾਹੀਦੀ ਆ, ਭੈਣ ਚਾਹੀਦੀ, ਭੂਆ ਚਾਹੀਦੀ ਆ, ਮਾਸੀ ਚਾਹੀਦੀ ਆ, ਪਰ ਧੀ ਨਹੀਂ ਚਾਹੀਦੀ। ਧੀ ਗੁਆਂਢੀਆਂ ਦੇ ਜੰਮੇ ਤੇ ਸਾਡੇ ਘਰ ਨਾ ਜੰਮੇ। ਪੁੱਤਰ ਅਜੇ ਹਸਪੀਟਲ 'ਚ ਹੁੰਦਾ, ਡਿਲੀਵਰੀ ਹੋਈ ਹੁੰਦੀ ਆ, ਤੇ 10 ਮਿੰਟਾਂ ਬਾਅਦ ਭੰਗੜੇ ਸ਼ੁਰੂ ਹੋ ਜਾਂਦੇ ਆ, ਲੱਡੂ ਵੰਡਣੇ ਸ਼ੁਰੂ ਹੋ ਜਾਂਦੇ ਆ। ਹਾਂ, ਲੱਡੂ ਦਾਰੂ ਸ਼ੁਰੂ ਹੋ ਜਾਂਦੀ ਆ। ਤੇ ਇੱਥੇ ਗੁਰਦਾਸਪੁਰ ਦੀ ਖਬਰ ਸੀ ਕਿ ਕਿਸੇ ਦੇ ਘਰ ਬੱਚਾ ਹੋਇਆ ਤਾਂ ਬੱਚੇ ਦੇ ਚਾਚੇ ਨੇ ਕੋਠੇ ਤੇ ਚੜ੍ਹ ਕੇ ਫਾਇਰ ਕਰਤਾ ਖੁਸ਼ੀ 'ਚ, ਪਰ ਨਾਲ ਦੇ ਘਰ 'ਚ ਜਾਨ ਲੈ ਲਈ ਸੀ। ਕਿ ਇਸ ਗੱਲ ਦੀ ਇੰਨੀ ਖੁਸ਼ੀ ਹੋ ਗਈ ਉਹ ਪੁੱਤਰ ਨੇ ਕੱਲ੍ਹ ਨੂੰ ਕੀ ਕਰਨਾ, ਕੀ ਬਣਨਾ, ਇਹ ਪਤਾ ਹੀ ਨਹੀਂ। ਪਰ ਅਸੀਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਹੁਣ ਇਸ ਵੇਲੇ ਵੀ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ DC ਵੀ ਇੱਕ ਔਰਤ ਆ, ਮਹਿਲਾ ਆ, SSP ਵੀ ਮਹਿਲਾ ਆ, ਤੇ ਸਮਾਜ ਦੇ ਮਰਦ ਫੋਟੋਆਂ ਨਾਲ ਖਿਚਾਉਣ ਲਈ ਤਰਲੇ ਮੱਛੀ ਹੁੰਦੇ ਆ ਕਿ ਮੇਰੀ DC ਨਾਲ ਫੋਟੋ ਹੋ ਜਾਏ, DC ਦਾ ਔਰਤ ਆ, SSP ਨਾਲ ਮੇਰੀ ਫੋਟੋ ਹੋ ਜਾਏ, SSP ਦਾ ਔਰਤ ਆ। ਇਹ ਸਮਾਜ ਦਾ ਇਹ ਜਿਹੜੇ ਸੋਚ ਆ, ਇਹ ਫਿਰ ਅਸੀਂ ਮਤਲਬ ਲੋਕਾਂ ਨੂੰ ਸੁਨੇਹਿਆਂ ਵਿੱਚ ਨੰਗੀ ਕੀਤੀ। ਇੰਨਾ ਪ੍ਰਚਾਰ ਹੋ ਗਿਆ ਕਿ ਪਿੰਡਾਂ ਵਿੱਚ ਬੱਚੇ ਲਿਖਣ ਲੱਗ ਪਏ ਬਲੈਕ ਬੋਰਡਾਂ ਤੇ, ਕੰਨਿਆ ਭਰੂਣ ਹੱਤਿਆ ਬੰਦ ਕਰੋ। ਜਿਹੜੇ ਸਾਡੇ ਰਿਕਾਰਡਡ ਮੈਸੇਜ ਦੇ ਵਿੱਚ ਗੱਲਾਂ ਸੀ ਉਹ ਸੁਣ ਕੇ ਤਾਂ ਇੱਕ ਸਟੇਜ ਆਈ, ਲੋਕ ਕਹਿਣ ਲੱਗ ਪਏ ਵੀ ਬਸ ਕਰੋ ਹੁਣ, ਬਹੁਤ ਹੋ ਗਿਆ। ਪਰ ਕਿਸ਼ਨ ਕੁਮਾਰ ਜੀ ਨੂੰ ਤਾਂ ਇੱਕ ਇਸ ਕੰਮ ਦਾ ਨਸ਼ਾ ਸੀ। ਕਮਾਲ ਦਾ ਕੰਮ ਕੀਤਾ। ਤੁਸੀਂ ਭਾਵੁਕ ਹੋ ਗਏ ਹੋ, ਕਿਉਂਕਿ ਸੱਚੀ ਗੱਲ ਹੈ ਇਹ ਕਿ ਇੰਨੇ ਸਟੇਜ ਦੇ ਉੱਤੇ ਇੰਨੇ ਲੰਮੇ ਸਮੇਂ ਤੋਂ ਕੰਮ ਕਰਨਾ, ਔਰ ਕੁੜੀਆਂ ਵਾਸਤੇ ਤੁਸੀਂ ਇੰਨਾ ਹੌਸਲਾ ਅਫਜ਼ਾਈ ਵਾਲਾ ਕੰਮ ਕਰ ਰਹੇ ਹੋ। ਤੇ ਕਿਸ਼ਨ ਕੁਮਾਰ ਜੀ ਵੀ ਜਿੱਦਾਂ ਤੁਸੀਂ ਦੱਸਿਆ ਕਿ ਤੁਸੀਂ ਸਾਰਿਆਂ ਨੇ ਮਿਲ ਕੇ ਦਿਨ ਰਾਤ ਇੱਕ ਕੀਤਾ, ਤੇ ਉਹ ਮਤਲਬ ਇੰਨਾ ਕੁਝ ਕਰ ਰਹੇ ਹੋ ਤੁਸੀਂ ਕੁੜੀਆਂ ਵਾਸਤੇ, ਕੁੜੀਆਂ ਨੂੰ ਬਚਾਉਣ ਵਾਸਤੇ ਕਰ ਰਹੇ ਹੋ। ਸਾਡੇ ਸਮਾਜ ਦੀਆਂ ਜਿਹੜੀਆਂ ਅੱਖਾਂ ਬੰਦ ਹੋ ਚੁੱਕੀਆਂ ਨੇ, ਕੰਨ ਬੰਦ ਹੋ ਚੁੱਕੇ ਨੇ, ਉਹਨਾਂ ਅੱਖਾਂ ਤੇ ਕੰਨਾਂ ਨੂੰ ਖੋਲ੍ਹਣ ਵਾਸਤੇ ਤੁਸੀਂ ਆਪਣੀਆਂ ਰਾਤਾਂ ਦੀਆਂ ਨੀਂਦਾਂ ਵੀ ਗਵਾਈਆਂ ਨੇ, ਹੈ ਨਾ। ਤੇ ਕਿਸ਼ਨ ਕੁਮਾਰ ਜੀ ਨੇ ਵੀ ਬਹੁਤ ਹੀ ਉਮੀਦਾ ਕੰਮ ਕੀਤਾ ਹੈ, ਕਿਉਂਕਿ ਉਹਨਾਂ ਨੇ DC ਜਦੋਂ ਲੱਗੇ ਨੇ, ਹੈ ਨਾ, ਜਿੱਦਾਂ ਤੁਸੀਂ ਦੱਸਿਆ ਕਿ ਨਵਾਂ ਸ਼ਹਿਰ ਦੇ ਵਿੱਚ ਆਏ ਨੇ, ਤੇ ਅਸੀਂ ਇਹ ਵੀ ਦੇਖਦੇ ਹਾਂ ਕਿ ਕਿਸੇ ਨੂੰ ਕੋਈ ਪੋਸਟ ਮਿਲ ਜਾਂਦੀ ਹੈ ਨਾ ਕਿਸੇ ਤਰੀਕੇ ਦੀ, ਤਾਂ ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਤਾਂ ਬਸ ਆਫਿਸ ਦੇ ਵਿੱਚ ਬੈਠਣਾ ਆ, ਠੀਕ ਹੈ, ਚਾਹ ਪਾਣੀ ਪੀਤਾ ਆ, ਫਾਈਲਾਂ ਸਾਈਨ ਕੀਤੀਆਂ ਤੇ ਚਲੋ ਜੀ ਚੰਗਾ ਕੰਮ ਹੋ ਗਿਆ। ਪਰ ਕਿਸੇ ਚੀਜ਼ ਨੂੰ ਅਪਣਾ ਕੇ ਆਪਣੇ ਅੰਦਰ ਬਿਠਾ ਕੇ ਉਸ ਚੀਜ਼ ਨੂੰ ਉਹਦੇ ਲਈ ਕੰਮ ਕਰਨਾ ਤੇ ਆਪਣੀ ਇੱਕ ਮਿਸਾਲ ਕਾਇਮ ਕਰਨਾ, ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ। ਤੇ ਤੁਸੀਂ ਬਹੁਤ ਚੰਗੀਆਂ ਮਿਸਾਲਾਂ ਹੋ ਸਾਡੇ ਸਮਾਜ ਵਾਸਤੇ ਕਿ ਜਿਹੜੇ ਤੁਸੀਂ ਉਪਰਾਲੇ ਕਰ ਰਹੇ ਹੋ, ਇਹ ਸਾਰੇ ਇਹ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜੇ ਅੱਜ ਕੱਲ੍ਹ ਕੁੜੀਆਂ ਦਾ ਬਚਾਅ ਹੋ ਰਿਹਾ ਹੈ ਤੇ ਸ਼ਾਇਦ ਤੁਹਾਡੇ ਲੋਕਾਂ ਕਰਕੇ ਹੋ ਰਿਹਾ। ਅਸੀਂ ਉਹਨਾਂ ਨੂੰ ਆਖਿਆ ਸਰ ਨੂੰ ਕਿ ਜਿਹੜੇ ਅਵੇਅਰਨੈਸ ਦੇ ਟੂਲ ਆ ਉਹਨਾਂ ਵਿੱਚ ਜਿਹੜੇ ਪਿੰਡਾਂ 'ਚ ਰਾਤ ਦੇ ਡਰਾਮੇ ਬੜੇ ਕਾਮਯਾਬ ਆ, ਉਹਦੇ ਲਈ ਉਹ ਕਹਿੰਦੇ ਲਿਆਓ ਨਾਟਕ ਮੰਡਲੀਆਂ। ਸਿਵਲ ਸਰਜਨ ਨੂੰ 3 ਲੱਖ ਰੁਪਈਆ ਆਇਆ ਅਵੇਅਰਨੈਸ ਲਈ। ਉਹ ਕਹਿੰਦੇ ਵੀ ਇਹ ਪੈਸਾ ਨਾ ਇਹਦੀ ਵਰਤੋਂ ਠੀਕ ਨਹੀਂ ਹੋਣੀ, ਮੈਨੂੰ ਆਈਡੀਆ ਦਿਓ। ਮੈਂ ਕਿਹਾ ਜੀ ਇਸ ਤਰ੍ਹਾਂ ਕਰੀਏ ਕਿ ਆਪਾਂ ਪਲੇ ਪਾਰਟੀਆਂ ਤੋਂ ਕੋਟੇਸ਼ਨ ਲੈ ਲਈਏ ਤੇ ਉਹਨਾਂ ਨੂੰ ਪਰ ਨਾਟਕ ਜਿਹੜਾ ਪੈਸੇ ਦੇ ਕੇ ਤਾਂ ਨਾਟਕ ਬੁੱਕ ਕਰਾਈਏ। ਉਹ ਨਾਟਕ ਹੋਏ ਪਿੰਡਾਂ 'ਚ, ਔਰ ਰਾਤ ਵੀ ਪਹੁੰਚਦੇ ਰਹੇ। ਰਾਤ ਨੂੰ ਦੇਖੋ, ਦਿਨੇ ਦਫ਼ਤਰ ਕੰਮ ਕਰਕੇ ਰਾਤ ਦੇ 8-9 ਵਜੇ ਕਿਸੇ ਪਿੰਡ 'ਚ ਨਾਟਕ ਹੋ ਰਿਹਾ, DC ਉੱਥੇ ਵੀ ਪਹੁੰਚ ਰਿਹਾ। ਤੋ ਜਿੱਥੇ ਵੀ ਕਿਤੇ ਨੂੰ ਪਤਾ ਲੱਗਦਾ ਸੀ ਉਹਨਾਂ ਨੇ ਸਾਨੂੰ ਕਿਹਾ ਭਈ ਦੱਸੋ ਕਿਹੜੇ ਤਰੀਕੇ
ਉਹਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਫੈਸਟੀਵਲ ਆ, ਜਿਵੇਂ ਰੱਖੜੀ ਆ, ਜੀ ਜਿਵੇਂ ਲੋਹੜੀ ਆ, ਜਿਵੇਂ ਤੀਆਂ ਦਾ ਤਿਉਹਾਰ ਆ, ਜੀ ਸ਼ਹੀਦਾਂ ਦੇ ਮੇਲੇ ਆ, ਉਹਨਾਂ ਸਾਰਿਆਂ ਨੂੰ ਉਹਨੇ ਕਹਿੰਦੇ ਸਾਰਿਆਂ ਦੀ ਵਰਤੋਂ ਕਰੋ, ਸਾਰਿਆਂ ਨੂੰ ਕਵਰ ਕਰੋ। ਉੱਥੇ ਆਪਣਾ ਜਾ ਕੇ ਸਟਾਲ ਲਾ ਕੇ ਬਹਿ ਜਾਓ। ਵਾਹ। ਜੇ ਪੰਜਵੀਂ ਪਾਤਸ਼ਾਹੀ ਦਾ ਸ਼ਹੀਦੀ ਦਿਨ ਦੇ ਉੱਤੇ ਛਬੀਲ ਵੀ ਲੱਗਣੀ ਹੈ, ਛਬੀਲ ਲਗਾਓ, ਲੇਕਿਨ ਛਬੀਲ ਦੇ ਉੱਤੇ ਤੁਹਾਡਾ ਮੈਸੇਜ ਵੀ ਚੱਲੇ ਔਰ ਲਿਟਰੇਚਰ ਵੀ ਵੰਡਿਆ ਜਾਵੇ। ਜੇ ਕੌਮਾਂਤਰੀ ਮਹਿਲਾ ਦਿਵਸ 8 ਮਾਰਚ ਆ, ਉਸ ਨੂੰ ਤਾਂ ਮਨਾਉਣਾ ਹੀ ਮਨਾਉਣਾ। ਇੱਕ ਸਾਲ ਇਹ ਆਈਡੀਆ ਸੀ ਜੀ ਕਿ ਜ਼ਿਲ੍ਹੇ ਦੇ ਕਿੰਨੀਆਂ ਐਂਟਰੀਆਂ, 5 ਐਂਟਰੀਆਂ ਤੇ ਗੇਟ ਬਣਾਓ। ਕੌਮਾਂਤਰੀ ਮਹਿਲਾ ਦਿਵਸ ਦੀ ਸਭ ਨੂੰ ਵਧਾਈ ਹੋਵੇ। ਵੱਡੇ ਗੇਟ ਬਣਾ ਕੇ ਉੱਥੇ ਲੱਡੂ ਲੈ ਕੇ ਖੜ ਜਾਓ। ਅੱਛਾ। ਔਰ ਜੋ ਵੀ ਸਾਈਕਲ ਸਕੂਟਰ ਵਾਲਾ ਆਉਂਦਾ ਟ੍ਰੈਫਿਕ 'ਚ ਉਹਨੂੰ ਰੋਕੋ, ਨਾਲੇ ਲੱਡੂ ਦਿਓ, ਨਾਲੇ ਇਸ਼ਤਿਹਾਰ ਦਿਓ। ਵਾਹ। ਇਸ ਤਰ੍ਹਾਂ ਦੇ ਕਾਰਜ। ਔਰ ਉਹ ਇੱਕ ਆਈਡੀਆ ਹੋਰ ਸੀ ਜਿਹੜਾ ਮੈਂ ਉਹਨਾਂ ਨਾਲ ਬੈਠਿਆ ਇੱਕ ਵਾਰੀ ਸਾਂਝਾ ਕੀਤਾ। ਮੈਂ ਕਿਹਾ ਜੀ ਇੱਕ ਜਿਹੜਾ ਪੋਸਟ ਕਾਰਡ ਆ, ਉਹ 25 ਪੈਸੇ 'ਚ ਸਾਰੇ ਦੇਸ਼ 'ਚ ਚੱਲਦਾ, 25 ਪੈਸੇ 'ਚ ਉਹ ਬੰਬੇ ਤੱਕ ਜਾਂਦਾ। ਇਹਦੀ ਵਰਤੋਂ ਆਈਡੀਆ ਆ ਗਿਆ ਤੇ ਆਪਣੀ ਵਾਈਫ ਨੂੰ ਕਹਿੰਦੇ, ਜਦੋਂ ਕਿ ਉਹ ਹਾਊਸ ਵਾਈਫ ਸੀਗੇ, ਉਹਨਾਂ ਦੇ ਮਿਸੇਜ ਮੈਡਮ ਸਾਰਿਤਾ, ਕਹਿੰਦੇ ਵੀ ਸ਼ਹਿਰ ਦੀਆਂ ਲੇਡੀਜ਼ ਨੂੰ ਬੁਲਾਓ ਜਿਹੜੀਆਂ ਤੁਹਾਡੀਆਂ, ਤੋਂ ਮੇਰੇ ਦਫ਼ਤਰ 'ਚ ਬੈਠ ਕੇ ਇੱਕ ਵਰਡਿੰਗ ਸਾਂਝੀ ਤਿਆਰ ਕਰ ਲਓ। ਉਹ ਤੁਸੀਂ ਲਿਖੋਗੇ ਪੈਨ ਦੇ ਨਾਲ, ਮੋਹਰ ਲਾ ਕੇ ਸਾਈਨ ਮੈਂ ਕਰਾਂਗਾ। ਉਹਦੇ ਉੱਤੇ ਪਿੰਡ ਦੀ ਜਿਹੜੀ ਮੈਂਬਰ ਪੰਚਾਇਤ ਹੈ ਉਹਨੂੰ ਜਾਊਗਾ। ਉਹ ਮਾਣ ਮਹਿਸੂਸ ਕਰੂਗੀ ਕਿ ਮੈਨੂੰ ਡਿਪਟੀ ਕਮਿਸ਼ਨਰ ਕਹਿੰਦਾ ਕਿ ਤੂੰ ਜ਼ਿਲ੍ਹੇ ਦੀ ਮਹਿਲਾ ਆ, ਤੈਨੂੰ ਤੇਰੇ ਮਾਪਿਆਂ ਨੇ ਜਨਮ ਲੈਣ ਦਿੱਤਾ, ਤੂੰ ਹੁਣ ਪੰਚ ਆ, ਜਾਂ ਤੂੰ ਲਾਅ ਕਰਕੇ ਵਕੀਲ ਆ, ਜਾਂ ਤੂੰ ਟੀਚਰ ਆ, ਤੇ ਤੂੰ ਇਸ ਸਮਾਜ ਦੇ ਵਿੱਚ ਹੋਰ ਧੀਆਂ ਨੂੰ ਜਨਮ ਲੈਣ ਦੇਣ ਦੇ ਜਿਹੜਾ ਹੱਕ ਵਾ ਕੁਦਰਤ ਦਾ ਬਖਸ਼ਿਆ, ਇਹਦੀ ਰਾਖੀ ਕਰ, ਤੂੰ ਯੋਗਦਾਨ ਪਾ। ਉਹ ਪੋਸਟ ਕਾਰਡ ਲੋਕਾਂ ਨੂੰ ਜਾਣ ਲੱਗ ਪਏ। ਪੋਸਟ ਕਾਰਡ ਦੇ ਉੱਤੇ ਐਡਰੈਸ ਜੋ DDPO ਆ, ਜ਼ਿਲ੍ਹਾ ਪੰਚਾਇਤ ਅਫਸਰ ਆ, ਉਹਨੂੰ ਕਹਿ ਦਿੱਤਾ ਵੀ ਜ਼ਿਲ੍ਹੇ ਦੇ ਵਿੱਚ ਜਿੰਨੇ ਵੀ ਲੇਡੀ ਮੈਂਬਰ ਪੰਚਾਇਤ ਹੈਗੀਆਂ ਜਾਂ ਸਰਪੰਚ ਹੈਗੀਆਂ, ਉਹਨਾਂ ਦੇ ਇਹਨਾਂ ਨੂੰ ਦਿਓ ਐਡਰੈਸ। ਇਸੇ ਤਰ੍ਹਾਂ DO ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਤੋਂ ਟੀਚਰਾਂ ਦੇ, ਪ੍ਰਿੰਸੀਪਲ, ਹੈਡ ਮਿਸਟਰਸ, ਉਹਨਾਂ ਦੇ ਐਡਰੈਸ, ਜੋ ਵੀ ਸਮਾਜ 'ਚ ਜਾ, ਡਾਕਟਰਸ, ਵਕੀਲ, ਜੋ ਵੀ ਜਿੱਥੇ ਵੀ ਮਹਿਲਾ ਹੈ, ਉਹਨੂੰ ਚਿੱਠੀ ਕਾਰਡ ਜਾਵੇ ਮੇਰਾ। ਅੱਛਾ। ਤਾਂ ਉਹ ਹਿੰਦੁਸਤਾਨ ਦੇ ਇੰਗਲਿਸ਼ ਮੀਡੀਆ ਨੇ ਉਹਨੂੰ ਬੜਾ ਕਿਹਾ ਭਈ DC ਪੋਸਟ ਕਾਰਡ ਨਾਲ ਵੀ ਗੱਲ ਕਰਦਾ। ਤੁਸੀਂ ਇੱਥੇ ਤੱਕ ਕਿ ਇੱਕ ਵਾਰੀ ਦੀ ਗੱਲ ਹੈ ਕਿ ਚੰਡੀਗੜ੍ਹੋਂ ਆ ਰਿਹਾ, ਮੈਨੂੰ ਕਹਿੰਦੇ ਵੀ ਤੁਸੀਂ ਕਿੱਥੇ ਆ? ਮੈਂ ਕਿਹਾ ਜੀ ਮੈਂ ਘਰ। ਕਹਿੰਦੇ ਆਰ ਯੂ ਕੰਫਰਟੇਬਲ? ਮੈਂ ਕਿਹਾ ਯੈਸ। ਕਹਿੰਦੇ ਆ ਜਾਓ ਕੈਂਪ ਆਫਿਸ, ਮੈਂ ਵੀ ਪਹੁੰਚਣੇ ਵਾਲਾ। ਜਦੋਂ ਮੈਂ ਗੇਟ ਤੇ ਗਿਆ ਤਾਂ ਇੱਕ ਮਟਿਆਰ ਦੇ ਵਾਲ ਖਿਲਰੇ ਹੋਆ। ਅੱਛਾ। ਔਰ ਉਹ ਪਾਗਲਾਂ ਦੀ ਤਰ੍ਹਾਂ ਗੇਟ ਤੇ ਖੜੀ, ਪੁਲਿਸ ਵਾਲੇ ਉਹਨੂੰ ਰੋਕਦੇ ਆ ਐਂਟਰ ਹੋਣ ਤੋਂ। ਹੁਣ ਰੋਜ਼ ਕੰਮ ਕਰਨ ਦੇ ਨਾਲ ਪੁਲਿਸ ਵਾਲੇ ਵਾਕਫ ਸੀ। ਮੈਂ ਕਿਹਾ ਕੋਈ ਨਹੀਂ, ਇਹਨੂੰ ਜਾਣ ਦਿਓ ਅੰਦਰ, ਇਹ ਸਭ ਆ ਰਹੇ ਆ। ਤੇ ਉਹ ਰੋ ਰਹੀ ਕਿ ਮੇਰਾ ਹਸਬੈਂਡ ਮੈਨੂੰ ਕੁੱਟ ਮਾਰ ਰਿਹਾ, ਉਹਨੇ ਮੈਨੂੰ ਜਾਨੋਂ ਮਾਰ ਦੇਣਾ, ਮੇਰੇ ਮਗਰ ਆ। ਵੀ ਮੈਨੂੰ ਕਿਸੇ ਨੇ ਦੱਸਿਆ ਸੀ ਕਿ DC ਕੋਲ ਪਹੁੰਚ ਜਾ। ਮੈਂ ਆ ਗਈ ਆ, ਉਹਨੂੰ ਅੰਦਰ ਵਾੜਿਆ, ਸਾਹਿਬ ਆ ਗਏ। ਉਹਨਾਂ ਨੇ ਉੱਤਰ ਦੇ ਸਾਰ ਪਾਣੀ ਵੀ ਨਹੀਂ ਪੀਤਾ। ਪਹਿਲਾਂ ਉਹਨੂੰ ਪੁੱਛਿਆ ਕਿਆ ਗੱਲ ਕਿਆ ਹੋਈ। ਆਦਮੀ ਮੇਰੇ ਮਗਰ ਲੱਗਾ ਆ, ਮੈਨੂੰ ਡਰ ਹੈ ਕਿ ਮੈਨੂੰ ਮਾਰ ਦੇਗਾ, ਅੱਜ ਮੂਹਰੇ ਰਾਤ ਆ। ਕਹਿੰਦੇ ਵੀ DSP ਨੂੰ ਬੁਲਾਇਆ। DSP ਨੂੰ ਕਹਿੰਦੇ ਵੀ ਇਹਨੂੰ ਗੱਡੀ 'ਚ ਬਿਠਾ ਤੇ ਜਿੱਥੇ ਜਿਹਨਾਂ ਸੜਕਾਂ 'ਤੇ ਉਹ ਇਹਦੇ ਮਗਰ ਘੁੰਮਿਆ ਲੱਭ ਕੇ ਲਿਆਓ। ਤਾਂ ਉਹ 15 ਮਿੰਟ ਬਾਅਦ ਆ ਕੇ ਨਹੀਂ ਲੱਭਿਆ, ਛੁਪ ਗਿਆ, ਉਹਨਾਂ ਨੂੰ ਪਤਾ ਲੱਗਿਆ। ਅਤੇ ਉਸ ਤੋਂ ਬਾਅਦ ਉਹਨੂੰ ਆਖਿਆ ਵੀ ਤੂੰ ਹੁਣ ਆਪਣੇ, ਕਹਿੰਦੀ ਮੈਂ ਤਾਂ ਘਰ ਜਾਣਾ ਨਹੀਂ। ਮੈਨੂੰ ਉਹ ਕਹਿੰਦੇ ਵੀ ਮੈਂ ਇਹਨੂੰ ਹੁਣ ਕਿੱਥੇ ਇਹਨੂੰ ਆਪਾਂ ਸਟੇ ਕਰਾਈਏ, ਇਹਦੇ ਪੇਰੈਂਟਸ ਵੀ ਸਵੇਰ ਤੱਕ ਆਉਣਗੇ ਜੀ। ਤਾਂ ਬਲੱਡ ਬੈਂਕ ਦੇ ਵਿੱਚ ਸਾਡੇ ਕੋਲ ਲੇਡੀ ਸਟਾਫ ਹੈ, ਪਹਿਲੀ ਫਲੋਰ ਦੇ ਉੱਤੇ ਉਹ ਰਹਿੰਦੇ ਆ। ਮੈਂ ਆਈਡੀਆ ਦਿੱਤਾ, ਮੈਂ ਕਿਹਾ ਜੀ ਬਲੱਡ ਬੈਂਕ ਉਹ ਬੜੀ ਰਿਸਪੈਕਟ ਕਰਦੇ। ਕਹਿੰਦੇ ਯੈਸ, ਇਹ ਠੀਕ ਹੈ, ਇਹ ਬਲੱਡ ਬੈਂਕ ਰਹੇਗੀ ਉੱਥੇ। ਮੈਂ 2 ਸਿਪਾਹੀ ਵੀ ਬਾਹਰ ਬਿਠਾ ਦਿੰਦਾ, ਕੋਈ ਬੰਦਾ ਉੱਥੇ ਪਹੁੰਚ ਨਾ ਕਰੇ। ਸਵੇਰੇ ਉਹਦਾ ਫਾਦਰ ਆਏ ਔਰ ਉਹ ਕਹਿੰਦੇ ਮੈਂ ਪਹਿਲਾਂ ਉਸ ਫਰਿਸ਼ਤੇ ਦੇ ਪੈਰ ਫੜਨੇ ਆ ਜਿਹਨੇ ਮੇਰੀ ਧੀ ਨੂੰ ਬਚਾਇਆ। ਤਾਂ ਇਸ ਤਰ੍ਹਾਂ ਦੀ ਲੋਕਾਂ ਦੀ ਪਹੁੰਚ ਤੁਸੀਂ ਦੇਖੋ ਵੀ ਬਹੁਤੇ ਘਰਾਂ 'ਚ ਸਮੱਸਿਆ ਹੱਲ ਹੋ ਜਾਂਦੀ ਸੀ ਕਿ ਜਦੋਂ ਕੋਈ ਸ਼ਰਾਬੀ ਆਪਣੀ ਵਾਈਫ ਨੂੰ ਕੁੱਟਦਾ ਸੀ, ਪਤਨੀ ਨੂੰ ਕੁੱਟਦਾ ਸੀ, ਤਾਂ ਬੱਚਾ ਕਹਿੰਦਾ ਸੀ ਮੈਂ DC ਨੂੰ ਫੋਨ ਕਰਨ ਲੱਗਾ, ਤਾਂ ਉੱਥੇ ਹੀ ਮਿੰਨਤਾਂ ਤਰਲੇ ਸ਼ੁਰੂ ਹੋ ਜਾਂਦੇ ਸੀ ਕਿ ਨਹੀਂ ਮੈਂ ਕੁਛ ਨਹੀਂ ਕਹਿੰਦਾ, ਫੋਨ ਨਾ ਕਰੀ। ਮਤਲਬ ਲੋਕਾਂ ਵਿੱਚ ਇੰਨਾ ਪ੍ਰਚਾਰ ਹੋ ਗਿਆ ਸੀਗਾ ਕਿ DC ਸਾਹਿਬ ਇੱਕ ਸ਼ਖਸੀਅਤ ਆ ਕਿ ਜਿਹੜੇ ਇਹ ਉਪਰਾਲਾ ਕਰ ਰਹੇ ਨੇ। ਗੱਲਾਂ ਬਾਤਾਂ ਸਰ ਹੋਰ ਵੀ ਨੇ, ਪਰ ਸਮਾਂ ਇੱਕ ਬ੍ਰੇਕ ਦਾ ਹੋ ਗਿਆ। ਬ੍ਰੇਕ ਤੋਂ ਬਾਅਦ ਫਿਰ ਮਿਲਦੇ ਆ। ਪ੍ਰੋਗਰਾਮ ਚੱਲ ਰਿਹਾ ਗੱਲ ਪੰਜਾਬ ਦੀ, ਤੇ ਸਾਡੇ ਅੱਜ ਦੇ ਮਹਿਮਾਨ ਨੇ ਜਸਪਾਲ ਸਿੰਘ ਗਿੱਧਾ ਜੀ। ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ ਪ੍ਰੋਗਰਾਮ ਗੱਲ ਪੰਜਾਬ ਦੀ ਵਿੱਚ, ਤੇ ਸਾਡੇ ਅੱਜ ਦੇ ਮਹਿਮਾਨ ਨੇ ਜਸਪਾਲ ਸਿੰਘ ਗਿੱਧਾ ਜੀ। ਆਪਾਂ ਇਹਨਾਂ ਨਾਲ ਫਿਰ ਅੱਗੇ ਜਿਹੜੀ ਵਾਰਤਾਲਾਪ ਸ਼ੁਰੂ ਕਰਦੇ ਹਾਂ। ਸਰ,
ਹੁਣ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਜਦੋਂ ਤੁਹਾਡੀ ਜਿਹੜੀ ਸੰਸਥਾ ਉਪਕਾਰ ਸੰਸਥਾ ਬਣੀ, ਸਭ ਤੋਂ ਪਹਿਲੀ ਕੰਪਲੇਂਟ ਤੁਹਾਨੂੰ ਕਿੱਥੋਂ ਆਈ? ਕਿਸੇ ਹਸਪੀਟਲ ਤੋਂ ਆਈ, ਕਿਸੇ ਘਰ ਤੋਂ ਆਈ, ਜਾਂ ਕਿਸੇ ਜ਼ਿਲ੍ਹੇ ਤੋਂ ਆਈ? ਸਾਨੂੰ ਸ਼ੁਰੂ 'ਚ ਕੰਪਲੇਂਟ ਕੋਈ ਨਹੀਂ ਆਈ। ਇਦਾਂ ਸੀ ਕਿ ਅਵੇਅਰਨੈਸ ਸ਼ੁਰੂ ਕਰਨੀ ਸੀ ਪਹਿਲਾਂ ਤਾਂ। ਜੀ। ਤਾਂ 2 ਅਕਤੂਬਰ ਸੀ ਮਹਾਤਮਾ ਗਾਂਧੀ ਜੀ ਦਾ ਜਿਹੜਾ ਜਨਮ ਦਿਨ, ਉਹਦੇ ਉੱਤੇ ਅਵੇਅਰਨੈਸ ਰੈਲੀ ਨੂੰ ਪਹਿਲਾਂ ਫਲੈਗ ਆਫ ਕੀਤਾ DC ਕੰਪਲੈਕਸ ਤੋਂ ਡੀ ਸਾਹਿਬ ਨੇ, ਜਿਹਦੇ ਵਿੱਚ ਸਮਾਜ ਦੇ ਸਾਰੇ ਵਰਗ, ਕਿਉਂਕਿ ਉਹਨਾਂ ਬਾਰੇ ਇੱਕ ਪ੍ਰਭਾਵ ਇਹ ਬੜਾ ਵਧੀਆ ਸੀ ਕਿ ਬਹੁਤ ਸਿਆਸੀ ਦਬਾਅ ਤੋਂ ਉਹ ਰਹਿਤ ਹੈਗੇ ਆ, ਕਿਸੇ ਦਾ ਸਿਆਸੀ ਦਬਾਅ ਨਹੀਂ ਮੰਨਦੇ, ਉਹ ਇਮਾਨਦਾਰ ਆ, ਮਿਹਨਤੀ ਆ। ਤਾਂ ਹਰ ਤਰ੍ਹਾਂ ਦੇ ਲੋਕ ਉਸ ਰੈਲੀ 'ਚ ਆਏ। ਬੜੀ ਮੀਲਾਂ ਬੱਧੀ ਰੈਲੀ ਸੀ। ਉਸ ਤੋਂ ਬਾਅਦ ਇਹ ਉਹਨਾਂ ਦਾ ਆਪਣਾ ਇਹ ਸੀ ਕਿ ਸਮਾਜ ਦੇ ਵਿੱਚ ਇਹ ਤਾਂ ਪਤਾ ਸੀ ਕਿ ਲੱਗੇ ਹੋਏ ਨੇ ਲੋਕ ਇਸ ਬੁਰਾਈ ਦੇ ਵਿੱਚ ਜੀ। ਉਹਨਾਂ ਨੂੰ ਆਮ ਲੋਕ ਜਿਹੜੇ ਸਧਾਰਨ ਲੋਕ ਆ, ਉਹਨਾਂ ਨੂੰ ਲੋੜ ਸੀ ਜਾਗਰੂਕਤਾ ਦੀ। ਬਿਲਕੁਲ। ਤੇ ਜਿਹੜੇ ਇਹ ਇਸ ਬੁਰਾਈ ਨੂੰ ਫੈਲਾਉਣ ਵਾਲੇ, ਉਹਨਾਂ ਲਈ ਕਾਨੂੰਨੀ ਡੰਡੇ ਦੀ ਲੋੜ ਸੀ ਜੀ। ਉਸ ਕਰਕੇ ਉਹਨਾਂ ਨੇ ਸਾਨੂੰ ਕਿਹਾ ਵੀ ਦੇਖੋ, ਤੁਸੀਂ ਮੇਰੇ ਨਾਲ ਕੰਮ ਕਰਦੇ, ਮੈਂ ਤਾਂ ਹੀ ਤੁਹਾਨੂੰ ਪਸੰਦ ਕਰਦਾ, ਤਾਂ ਹੀ ਲਾਈਕ ਕਰੂੰਗਾ ਜੇ ਤੁਸੀਂ ਮੈਨੂੰ ਇਹ ਜਿਹੇ ਕਿਸੇ ਮੈਡੀਕਲ ਪ੍ਰੋਫੈਸ਼ਨ ਦੇ ਆਦਮੀ ਬਾਰੇ ਦਾ ਸਟਿੰਗ ਆਪਰੇਸ਼ਨ ਕਰਕੇ ਦਿਓ। ਤਾਂ ਉਹਦੇ ਲਈ ਅਸੀਂ ਇੱਕ ਡਕੋਏ ਤਿਆਰ ਕਰਨਾ ਸੀ। ਇੱਕ ਗਰਭਵਤੀ ਮਹਿਲਾ ਚਾਹੀਦੀ ਸੀ ਜਿਹੜੀ ਇਹ ਕਵੇ, ਲਿਖ ਕੇ ਵੀ ਕਵੇ ਕਿ ਮੈਨੂੰ ਧੀ ਪੁੱਤਰ 'ਚ ਫਰਕ ਨਹੀਂ, ਪਰ ਮੈਂ ਲੋਕ ਹਿੱਤ ਵਿੱਚ ਇਸ ਬੁਰਾਈ ਦੇ ਖਾਤਮੇ ਵਾਸਤੇ ਆਪਣਾ ਯੋਗਦਾਨ ਪਾਉਣ ਨੂੰ ਤਿਆਰ ਹਾਂ। ਵਾਹ। ਤੇ ਉਹਨੂੰ ਤਿਆਰ ਕਰਨਾ ਸੀ। ਅੱਛਾ ਜੀ। ਤੇ ਉਹਦੇ ਲਈ ਫਿਰ ਉਹਨੂੰ ਸ਼ਹਿਰ ਦੇ ਵੱਖ-ਵੱਖ ਹਸਪੀਟਲਾਂ 'ਚ ਭੇਜਣਾ ਸੀ ਕਿ ਮੇਰੇ ਅੱਗੇ ਜੋ 2 ਧੀਆਂ ਨੇ, ਹੁਣ ਮੈਂ ਫਿਰ ਪ੍ਰੈਗਨੈਂਟ ਹਾਂ, ਮੈਨੂੰ ਡਰ ਆ ਵੀ ਫਿਰ ਕੁੜੀ ਨਾ ਹੋ ਜਾਵੇ, ਮੈਨੂੰ ਕਰਕੇ ਦਿਓ ਸਕੈਨਿੰਗ, ਮੈਨੂੰ ਚਾਹੀਦੀ ਹੈ। ਤਾਂ ਇੱਦਾਂ ਹੀ ਇੱਕ ਹਸਪੀਟਲ 'ਚ ਕਿਸੇ ਸਟਾਫ ਨਰਸ ਨੇ, ਕਿਉਂਕਿ ਅੱਗੇ ਕਮਿਸ਼ਨ ਵਗੈਰਾ ਹੁੰਦੇ ਆ, ਉਹਨੂੰ ਆਖਿਆ ਵੀ ਹੋ ਜਾਏਗਾ, ਲੇਕਿਨ ਤੈਨੂੰ ਇਹ ਨਹੀਂ ਦੱਸਾਂਗੇ ਕਿੱਥੇ ਹੋਊਗਾ, ਤੂੰ ਮੋਟਰਸਾਈਕਲ 'ਤੇ ਬੈਠਣਾ ਤੇ ਤੈਨੂੰ ਲੈ ਜਾਣਗੇ। ਉਹਨੂੰ ਫਿਰ ਅਸੀਂ ਇਹ ਗਾਈਡ ਕੀਤਾ ਵੀ ਤੂੰ ਇਹ ਕਹਿ ਵੀ ਮੇਰਾ ਹਸਬੈਂਡ ਦਾ ਬੜਾ ਵਹਿਮੀ ਹੈ, ਮੈਨੂੰ ਇਕੱਲੀ ਨੂੰ ਨਹੀਂ ਜਾਣ ਦੇਊਗਾ, ਮੈਨੂੰ ਹਸਬੈਂਡ ਵੀ ਲੈ ਕੇ ਜਾਣਾ। ਕਿਉਂਕਿ ਹਸਬੈਂਡ ਦੀ ਇਸ ਕਰਕੇ ਲੋੜ ਸੀ ਕਿ ਜਦੋਂ ਸਕੈਨਿੰਗ ਕਰਾਏਗੀ ਤਾਂ ਬਾਹਰੋਂ ਕਾਲ ਕਰਕੇ ਦੱਸਣਾ ਵੀ ਸੀ ਕਿ ਅਸੀਂ ਕਿੱਥੇ ਹਾਂ ਜੀ। ਤਾਂ ਉਹ ਫਿਰ ਜਦੋਂ ਉਹ ਇਸ ਤਰ੍ਹਾਂ ਦਾ 2-3 ਦਿਨ 'ਚ ਤਿਆਰੀ ਹੋਈ, ਸਿਵਲ ਸਰਜਨ DC ਜੀ ਤੇ ਉਹਨਾਂ ਨਾਲ ਮੈਂ ਸੀ, ਸਾਹਿਬ ਨੇ ਕਿਹਾ ਵੀ ਕੰਧਾਂ ਦੇ ਵੀ ਕੰਨ ਹੁੰਦੇ ਆ ਕਿ ਹੁਣ ਪਤਾ ਨਾ ਲੱਗੇ। ਪਰ ਗੁਆਂਢੀ ਜ਼ਿਲ੍ਹਿਆਂ ਦੇ DCਆਂ ਨਾਲ ਵੀ ਸੰਪਰਕ ਕਰ ਲਿਆ। ਇੱਧਰ ਜਲੰਧਰ ਨਾਲ ਲੱਗਦਾ ਸੀ, ਹੁਸ਼ਿਆਰਪੁਰ, ਰੋਪੜ, ਲੁਧਿਆਣਾ। ਤਾਂ ਚਾਰੇ DC ਦਾ ਹਾਲ ਚਾਲ ਪੁੱਛਿਆ, ਨਾਲ ਆਖਿਆ ਵੀ ਇਹਨਾਂ ਦਿਨਾਂ 'ਚ ਕਿਤੇ ਜਾਣਾ ਤਾਂ ਨਹੀਂ, ਮੈਂ ਤੁਹਾਡੇ ਆਉਣਾ ਸੀਗਾ, ਕਿਤੇ ਮਿਲਾਂਗੇ, ਚਾਹ ਦਾ ਕੱਪ ਹੀ ਪਾਵਾਂਗੇ। ਬਹਾਨੇ ਨਾਲ ਪਤਾ ਕਰ ਲਿਆ ਕਿ ਉਹ ਕਿਤੇ ਨਹੀਂ ਜਾ ਰਿਹਾ, ਕਿਉਂਕਿ ਜੇ ਉਹਨਾਂ ਨੂੰ ਇਹ ਪੱਕਾ ਸੀ ਕਿ ਮੇਰੇ ਜ਼ਿਲ੍ਹੇ 'ਚ ਨਹੀਂ ਹੋਏਗਾ ਇਹ ਸਕੈਨ, ਕਿਤੇ ਗੁਆਂਢੀ ਜ਼ਿਲ੍ਹੇ 'ਚ ਹੋਣੀ ਆ ਤੇ ਮੈਨੂੰ ਉੱਥੇ ਦੇ DC ਦੀ ਲੋੜ ਪੈਣੀ, ਇਮੀਡੀਏਟ ਐਕਸ਼ਨ ਕਰਵਾਉਣਾ। ਤਾਂ ਕੁਦਰਤੀ ਉਹ ਨਿਕਲਿਆ ਜ਼ਿਲ੍ਹਾ ਆਪਣਾ ਹੀ। ਤਾਂ ਜਦੋਂ ਬੰਗਾ ਸ਼ਹਿਰ ਨਿਕਲਿਆ ਤਾਂ ਉਸੇ ਵੇਲੇ ਜਦੋਂ ਗਏ ਆ ਤਾਂ ਉਹਨਾਂ ਆਖਿਆ ਵੀ ਪੁਲਿਸ ਨੂੰ ਦੱਸਣਾ ਨਹੀਂ ਕਿ ਕਿੱਥੇ ਜਾਣਾ, ਉਹਨਾਂ ਕੋਲ ਗੱਡੀ ਮਗਰ ਲਾ ਲਓ ਬਸ। ਤਾਂ ਪੁਲਿਸ ਮਹਿਕਮੇ ਵਾਲੇ ਕਿੱਥੇ ਜਾਣਾ ਸਾਨੂੰ ਬਾਰ-ਬਾਰ ਪੁੱਛ ਰਹੇ ਸੀ। ਤਾਂ ਸਿਵਲ ਸਰਜਨ ਨਾਲ ਸੀ, ਉਹ ਕਹਿੰਦੇ ਆ ਜਾਓ ਮਗਰ, ਬਸ ਕੋਈ ਗੱਲ ਨਹੀਂ। ਤਾਂ ਜਦ ਗਏ ਆ ਤਾਂ ਉਸ ਵੇਲੇ ਉਹ ਸਾਨੂੰ ਇਨਫੋਰਮੇਸ਼ਨ ਆ ਚੁੱਕੀ ਸੀ, ਪੈਸੇ ਦੇ ਜਿਹੜੇ ਨੋਟਾਂ ਦੇ ਉੱਤੇ ਜਿਹੜਾ 10,000 ਰੁਪਈਆ ਉਹਦੇ ਨੰਬਰ ਛਪ ਚੁੱਕੇ ਸੀ, ਸਾਰਾ ਕੁਝ ਨੋਟ ਹੋਇਆ ਸੀ, ਨੋਟ ਹੋਏ ਸੀ। ਤਾਂ ਉਹ ਡਾਕਟਰ ਸਕੈਨਿੰਗ ਕਰਕੇ ਆਪਣੇ ਘਰ ਪਹੁੰਚ ਗਿਆ ਜੀ। ਉੱਥੇ ਮਗਰ ਗਏ ਤੇ ਉਹ ਬੜਾ ਸਾਡੇ ਨਾਲ ਗਲਤ ਬੋਲਿਆ। ਉਹ ਕਹਿੰਦਾ ਤੁਸੀਂ ਕੌਣ ਹੁੰਦੇ, ਮੇਰੇ ਘਰ ਆ ਗਏ, ਅਸੀਂ ਤੁਹਾਨੂੰ ਬੁਲਾਣਾ ਹੈ, ਹਸਪੀਟਲ ਆ ਜਾਓ। ਉਹਦੀ ਕਿਸਮਤ ਕਹਿ ਲਓ, ਉਹਦੇ ਨੋਟ ਇਹ ਫਰੰਟ ਜੇਬ ਵਿੱਚ ਸੀਗੇ। ਅੱਛਾ। ਤੇ ਅਸੀਂ ਕਿਹਾ ਜੀ ਤੁਹਾਡੀ ਜੇਬ 'ਚ ਨੋਟ ਆ। ਉਹਨੇ ਆਪਣਾ ਪਰਸ ਕੱਢਿਆ ਤੇ ਜਿਹੜਾ ਬਟੂਆ ਜਿਹਨੂੰ ਅਸੀਂ ਕਹਿੰਦੇ ਆ, ਕਹਿੰਦਾ ਦੇਖ ਲਓ, ਉਹਦੇ ਵਿੱਚ ਨਹੀਂ ਸੀਗੇ। ਅਚਾਨਕ ਅਸੀਂ ਆਖਿਆ ਵੀ ਆਹ ਜੇਬ ਦੇ ਵਿੱਚ ਮੋਹਰੇ ਕੀ ਆ। ਉਹ ਵੀ ਗੁੱਸੇ 'ਚ ਟੇਬਲ ਤੇ ਸਿੱਟ ਤੇ ਉਹ ਯੂ ਨੋਟ ਸੀਗੇ ਜਿਹੜੇ ਕਿ ਉਹਨੂੰ ਫੀਸ ਵਜੋਂ ਮਿਲੇ ਸੀ। ਤਾਂ ਉਹ ਤੋਂ ਬਾਅਦ ਹਸਪੀਟਲ ਸੀਲ ਹੋ ਗਿਆ, ਰਾਤ ਦੇ 12 ਵੱਜ ਗਏ ਸੀਲ ਕਰਦੇ ਆ। ਤਾਂ ਡਾਕਟਰ ਦੀ ਅਰੈਸਟ ਹੋ ਗਈ ਤੇ ਮਤਲਬ 12 ਦਿਨ ਉਹਦੀ ਜ਼ਮਾਨਤ ਨਹੀਂ, ਬੜੇ ਬੜੇ ਵਕੀਲ ਲਿਆਂਦੇ ਉਹਨੇ। ਤਾਂ ਜ਼ਿਲ੍ਹੇ ਦੇ ਵਿੱਚ ਜਿਹੜੇ ਇਸ ਬੁਰਾਈ 'ਚ ਲੱਗੇ ਲੋਕ ਸੀ ਉਹਨਾਂ ਲਈ ਜਿਹੜਾ ਮੈਸੇਜ ਲਾਉਣਾ ਸੀ ਲੱਗ ਗਿਆ। ਤਾਂ ਇਸੇ ਤਰ੍ਹਾਂ ਰਾਹੋਂ ਦੇ ਵਿੱਚ, ਬਲਾਚੌਰ 'ਚ ਇਸ ਤਰ੍ਹਾਂ ਦੇ ਐਕਸ਼ਨ ਹੋਏ। ਤਾਂ ਜੇ ਸਮਾਜ ਦੇ ਵਿੱਚ ਵੀ ਕੋਈ ਭਰੂਣ ਹੱਤਿਆ ਵਾਲੇ ਪਾਸੇ ਜਾਂਦਾ ਸੀ, ਉਹਨਾਂ ਨੂੰ ਵੀ ਇਸ ਤਰ੍ਹਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਦੀ ਬਜਾਏ ਇਹ ਆਖਿਆ ਕਿ ਉਹਨਾਂ ਦੇ ਘਰ ਮੂਹਰੇ ਸ਼ੋਕ ਸਭਾ ਕਰੋ, ਦਰੀ ਵਿਛਾ ਕੇ ਬੈਠ ਜਾਓ, ਸ਼ਾਂਤੀਪੂਰਵਕ ਕੁਛ ਨਹੀਂ ਕਰਨਾ। ਉਹਨਾਂ ਨੂੰ ਕਹਿਣਾ ਬੱਚਾ ਜਿਹੜਾ ਇਸ ਜ਼ਿਲ੍ਹੇ ਦਾ ਇੱਕ ਘਟ ਗਿਆ, ਅਸੀਂ ਦੁੱਖ ਮਨਾਉਣਾ ਹੈ ਬਸ। ਸਰ ਆਪਾਂ ਗੱਲਬਾਤ ਹੋਰ ਅੱਗੇ ਕਰਦੇ ਹਾਂ। ਕਦੀ ਇਸ ਤਰ੍ਹਾਂ ਦੀ ਤੁਹਾਨੂੰ ਕੰਪਲੇਂਟ ਆਈ ਆ ਕਿ ਫਲਾਨੀ ਜਗ੍ਹਾ ਦੇ ਵਿੱਚ ਕੁੜੀ ਨੂੰ ਤੰਗ ਕੀਤਾ ਜਾ ਰਿਹਾ ਕਿ ਉਹ ਦਹੇਜ ਨਹੀਂ ਲੈ ਕੇ ਆਈ? ਹਾਂਜੀ, ਇਸ ਤਰ੍ਹਾਂ ਦੇ ਜਿਹੜੇ ਕੇਸ ਆਉਂਦੇ ਸੀ ਉਹਦੇ ਲਈ ਉਹਨਾਂ ਨੇ ਇੱਕ NGOs ਦੀ ਕਮੇਟੀ ਬਣਾਤੀ ਕਿ ਸਮਾਜਿਕ ਤੌਰ ਤੇ ਉਹਨਾਂ ਦੀ ਸੁਣਵਾਈ ਕਰੋ, ਇਹ ਵੀ ਪਤਾ ਕਰੋ ਕਿ ਸੱਚੀ ਮੁੱਚੀ ਇਹ ਸ਼ਿਕਾਇਤ ਕਰਨ ਵਾਲੇ ਲੋਕ ਇਸੇ ਤਰ੍ਹਾਂ ਆ, ਜੇ ਉਹਨੂੰ ਤੰਗ ਕਰਨ ਵਾਲੇ ਆ ਜਾਂ ਉਹਨਾਂ ਦਾ ਕੋਈ ਰੈਪੂਟੇਸ਼ਨ ਅੱਛਾ ਹੈ। ਕਿਉਂਕਿ ਇਹ ਵੀ ਹੋ ਸਕਦਾ ਕਿ
ਝਗੜਾ ਕਿਸੇ ਹੋਰ ਵਜ੍ਹਾ ਨਾਲ ਹੋਵੇ ਤੇ ਸ਼ਿਕਾਇਤ ਕਿਸੇ ਹੋਰ ਗਰਾਊਂਡ ਤੇ ਲੱਗੇ ਜੀ, ਤਾਂ ਜੇ ਪਤਾ ਲੱਗ ਜਾਂਦਾ ਸੀ ਤੇ ਉਸ ਤੋਂ ਬਾਅਦ ਤਾਂ ਫਿਰ ਜਿੱਦਾਂ ਦਾ ਉਹ ਪ੍ਰਬੰਧ ਕਰਦੇ ਸੀ, ਜਿਹੜੀ ਵੀ ਸਰਕਾਰ ਦੀ ਮਸ਼ੀਨਰੀ, ਸਮਾਜਿਕ ਸੁਰੱਖਿਆ ਵਿਭਾਗ ਦੀ ਲੋੜ ਆ, ਪੁਲਿਸ ਦੀ ਲੋੜ ਆ, ਸਾਰਿਆਂ ਤੋਂ ਉਸੇ ਵੇਲੇ ਪੈਂਡਿੰਗ ਕੁਛ ਨਹੀਂ ਕਰਨਾ। ਔਰ ਇਹ ਮਸ਼ਹੂਰ ਸੀ ਉਹਨਾਂ ਦਾ ਕਿ ਜਦੋਂ ਜ਼ਿਲ੍ਹੇ ਵਿੱਚ ਕੋਈ ਵੀ ਡੀਸੀ ਆਉਂਦਾ ਸੀ, ਅੱਜ ਤੱਕ ਵੀ, ਤਾਂ ਲੋਕਾਂ ਦਾ ਇੱਕੋ ਹੀ ਹੁੰਦਾ, ਜੇ ਕੋਈ ਆਫੀਸਰ ਇਹ ਕਹਿ ਦੇਵੇ ਕਿ ਕੋਈ ਨਹੀਂ ਕਾਰਵਾਈ ਕਰਾਂਗੇ, ਉਹ ਕਹਿੰਦੇ ਜੀ, ਉਹ ਤਾਂ ਇਹ ਗੱਲ ਨਹੀਂ ਸੀ ਕਹਿੰਦੇ, ਉਹਨਾਂ ਦਾ ਤਾਂ ਮੋਬਾਈਲ ਗਰਮ ਹੋ ਜਾਂਦਾ ਸੀ ਉਸੇ ਵੇਲੇ ਕਿ ਹੁਣੇ ਆ ਜਾਓ ਮੇਰੇ ਦਫ਼ਤਰ, ਮੇਰੇ ਪਾਸੇ ਇੱਕ ਔਰਤ ਖੜੀ ਆ, ਇਹਨੂੰ ਜਾਨ ਨੂੰ ਖਤਰਾ ਆ, ਇਹਨੂੰ ਤੰਗ ਕਰਦੇ ਆ, ਤੇ ਤੁਹਾਡਾ ਮਹਿਕਮਾ ਆ ਪੁਲਿਸ ਵਾਲਿਆਂ ਦਾ ਤੇ ਸੋਸ਼ਲ ਸਿਕਿਉਰਿਟੀ ਵਾਲੇ, ਕੁਝ ਵੀ ਕੱਲ ਨਹੀਂ ਹੋਣਾ, ਹੁਣੇ ਹੀ ਹੋਣਾ, ਤੂੰ ਬੈਠੋ ਬੀਬਾ ਬਾਹਰ ਬੈਠ, ਉਸੇ ਵੇਲੇ। ਤਾਂ ਇਹ ਗੱਲ ਕਈ ਆਫੀਸਰ ਮਾਈਂਡ ਕਰਦੇ ਰਹੇ, ਕਹਿੰਦੇ ਕਿਹੜੀਆਂ ਉਹ ਆਦਤਾਂ ਪਾ ਗਏ ਕਿ ਲੋਕ ਕਹਿੰਦੇ ਜੀ ਸਾਡਾ ਸਰ ਇਹ ਸ਼ਾਇਦ ਬਹੁਤ ਸੋਹਣੀ ਆਦਤ ਪਾ ਕੇ ਗਏ ਨੇ ਉਹ, ਕਿਉਂਕਿ ਸਾਨੂੰ ਕੰਮ ਕਰਨ ਦਾ ਵੀ ਉਦੋਂ ਮਜ਼ਾ ਆਉਂਦਾ ਜਦੋਂ ਸਾਡਾ ਜਿਹੜਾ ਪ੍ਰਸ਼ਾਸਨ ਆ ਸਾਨੂੰ ਸਾਥ ਦੇਵੇ। ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ। ਉਹਨਾਂ ਨੇ ਅਸੀਂ ਵੀ ਤਦੇ ਕੁਝ ਕਰ ਸਕਦੇ ਹਾਂ। ਬਿਲਕੁਲ ਉਹਨਾਂ ਨੇ ਮਤਲਬ ਇਹ ਚੀਜ਼ਾਂ ਸਾਰੀਆਂ ਇਸੇ ਤਰ੍ਹਾਂ ਕੀਤੀਆਂ। ਕਿਸੇ ਤਰ੍ਹਾਂ ਜੇ ਖਲਾ ਇਸੇ ਸਮੱਸਿਆ ਤੇ ਨਹੀਂ, ਜੇ ਕਿਸਾਨ ਦੀ ਕੋਈ ਸਮੱਸਿਆ ਉਹਨਾਂ ਨੂੰ ਵੀ ਇੱਦਾਂ ਹੀ ਮਤਲਬ ਹਰ ਥਾਂ ਉਹ ਪੈਂਡਿੰਗ ਨਹੀਂ ਕੁਝ ਕਰਨਾ ਜੀ। ਤੇ ਕੋਈ ਰਿਸ਼ਵਤਖੋਰੀ ਨੂੰ ਲੈ ਕੇ ਵੀ ਕੋਈ ਉਪਰਾਲਾ ਕੀਤਾ ਗਿਆ ਡੀਸੀ ਵੱਲੋਂ? ਯੈਸ, ਬਹੁਤ ਕਮਾਲ ਦਾ। ਦੇਖੋ ਸਭ ਤੋਂ ਜ਼ਿਆਦਾ ਜਿਹੜੀਆਂ ਜ਼ਮੀਨਾਂ ਦੀ ਰਜਿਸਟਰੀਆਂ ਹੁੰਦੀਆਂ ਉਹਦੇ ਉੱਤੇ ਹੁੰਦਾ, ਸ਼ਾਮ ਨੂੰ ਜ਼ਿਲ੍ਹੇ ਦੇ ਤਹਿਸੀਲਦਾਰ, ਉਸ ਵੇਲੇ ਸਾਡੀ ਬੰਗਾ ਤਹਿਸੀਲ ਨਹੀਂ ਸੀ ਬਣੀ, ਇਹ ਬਾਅਦ ਚ ਬਣੀ ਆ, ਬਲਾਚੌਰ ਤੇ ਨਵਾਂਸ਼ਹਿਰ ਆਪੇ 2 ਤਹਿਸੀਲਾਂ ਸੀ। ਜੋ ਰਜਿਸਟਰੀ ਹੁੰਦੀ ਹੈ ਉਹਦੀ ਲਿਸਟ ਉਹਨਾਂ ਦੇ ਟੇਬਲ ਤੇ ਚਾਹੀਦੀ ਸ਼ਾਮ ਨੂੰ 5 ਵਜੇ। ਅੱਛਾ। ਉਹ ਤੋਂ ਬਾਅਦ ਖਰੀਦਣ ਵਾਲੇ ਦਾ ਤੇ ਵੇਚਣ ਵਾਲੇ ਦਾ ਕੰਟੈਕਟ ਨੰਬਰ, ਪਹਿਲਾਂ ਫੋਨ ਤੇ ਨਹੀਂ ਦੱਸਣਾ ਮੈਂ ਡੀਸੀ ਆ ਕਿ ਅੱਜ ਤੁਸੀਂ ਕੋਈ ਜ਼ਮੀਨ ਵੇਚੀ ਆ ਜਾਂ ਖਰੀਦੀ ਆ, ਦੋਨੋਂ ਤੋਂ ਪੁੱਛਣਾ ਚਾਹ ਪਾਣੀ ਕਿੰਨਾ ਕੁ ਦੇਣਾ ਪਿਆ ਜੀ, ਕੁਛ ਨਹੀਂ ਦੇਣਾ ਪਿਆ, ਪੱਕੀ ਗੱਲ ਆ, ਹਾਂਜੀ ਮੈਂ ਕ੍ਰਿਸ਼ਨ ਕੁਮਾਰ ਬੋਲ ਰਿਹਾ ਡੀਸੀ, ਬਾਅਦ ਚ ਦੱਸਣਾ। ਅੱਛਾ, ਦੇਖ ਲਓ ਮੈਨੂੰ ਪਤਾ ਲੱਗਿਆ ਤੁਸੀਂ ਕੁਛ ਦਿੱਤਾ, ਐਵੇਂ ਉਹਨਾਂ ਨੂੰ ਮਤਲਬ ਕੌਨਫੀਡੈਂਸ ਦੇਖਣਾ, ਪੈਰਾਂ ਤੋਂ ਕੱਢ ਕੇ ਦੇਖਣਾ। ਉਹ ਕਹਿੰਦੇ ਜੀ ਕਸਮ ਹੈ ਬੱਚਿਆਂ ਦੀ, 1 ਰੁਪਈਆ ਨਹੀਂ ਲੱਗਾ, ਠੀਕ ਹੈ ਕੋਈ ਪਰੇਸ਼ਾਨੀ ਨਹੀਂ ਜੀ, ਚਲੋ ਚਲੋ ਦੂਜੇ ਨੂੰ ਕਾਲ। ਜਿੰਨੀਆਂ ਰਜਿਸਟਰੀਆਂ ਹੋਈਆਂ ਸਾਰਿਆਂ ਦਾ ਫੋਲੋਅਪ। ਵਾਹ। ਤੇ ਉਸ ਤੋਂ ਬਾਅਦ ਦੇਖੋ ਜਿਹੜੇ ਥੱਲੇ ਦੇ ਆਫੀਸਰ ਉਹਨਾਂ ਨੂੰ ਕਿੰਨਾ ਔਖਾ, ਕੈਮਰੇ ਲਗਾਤੇ। ਮੈਂ ਆਪ ਸੁਣਿਆ ਕਿ ਤਹਿਸੀਲਦਾਰ ਕਿਸੇ ਨੂੰ ਕਹਿ ਰਿਹਾ ਸੀ ਨਵੇਂ ਸ਼ਹਿਰ ਜ਼ਿਲ੍ਹੇ 'ਚ ਨੌਕਰੀ ਕਰਨ ਦਾ ਕੋਈ ਸਵਾਦ ਹੀ ਨਹੀਂ, ਸਾਡੇ ਤੇ ਕੈਮਰੇ ਲੱਗੇ ਨੇ, ਸਾਡੀ ਇੱਕ ਮੂਵਮੈਂਟ ਨੋਟ ਹੁੰਦੀ ਹੈ, ਸਾਨੂੰ ਕਾਲ ਆਉਂਦੀ ਆ ਕਿ ਤੁਹਾਡੀ ਟੇਬਲ ਦੁਆਲੇ ਬੰਦੇ 10 ਕਾਲੇ ਖੜੇ ਆ ਜੀ, ਇਹ ਜੀ ਰਜਿਸਟਰੀ ਆ, ਜੇ ਰਜਿਸਟਰੀ ਆ ਫਿਰ 10 ਖੜੇ ਕਿਉਂ ਆ, ਜੇ ਜਾਇਜ਼ ਆ ਤਾਂ ਕਰੋ, ਜੇ ਨਜਾਇਜ਼ ਆ ਤਾਂ ਪਰਚਾ ਕਰੋ, ਰਸ਼ ਕਿਉਂ ਪਾਇਆ। ਤੇ ਸੁਬਹ ਦਾ ਸੈਂਟਰ ਬਣਾਇਆ, ਘਰੋਂ ਜਾਣਾ ਤਾਂ ਪਹਿਲਾਂ ਗੱਡੀ ਉੱਥੇ ਰੁਕਣੀ ਆ, ਸਭ ਤੋਂ ਦੌੜ ਕੇ ਪਹਿਲਾਂ ਬਾਥਰੂਮਾਂ ਨੂੰ ਜਾਣਾ, ਜੇ ਬਾਥਰੂਮਾਂ 'ਚ ਪਾਣੀ ਲੀਕ ਕਰਦਾ ਤਾਂ ਕੰਸਰਨਡ ਨੂੰ ਬੁਲਾ ਲੈਣਾ, ਤੁਹਾਡੇ ਘਰ ਵੀ ਮਤਲਬ ਟੈਪ ਇੱਦਾਂ ਹੀ ਲੀਕ ਕਰਦੀ ਆ, ਇੱਦਾਂ ਹੀ ਗੰਦ ਹੈ ਬਾਥਰੂਮ 'ਚ, ਇਹ ਕਿਉਂ ਆ। ਤਾਂ ਉਹ ਪਤਾ ਲੱਗ ਗਿਆ ਉਹਨਾਂ ਨੂੰ ਕਿ ਉਹਨਾਂ ਨੇ ਸਵੇਰੇ ਆਉਂਦਾ ਪਹਿਲਾਂ ਕੰਮ ਚੈਕਿੰਗ ਬਾਥਰੂਮ ਤੋਂ ਸ਼ੁਰੂ ਹੋਣੀ ਹੈ, ਤੇ ਉਸ ਤੋਂ ਬਾਅਦ ਜਿਹੜੇ ਬੰਦੇ ਬੈਠੇ ਆ ਉਹਨਾਂ ਵਿੱਚ ਜਿਹੜਾ ਸਭ ਤੋਂ ਏਜਡ ਬੰਦਾ ਬੈਠਾ, ਸਭ ਤੋਂ ਬਜ਼ੁਰਗ ਕੋਈ ਜਾਂ ਕੋਈ ਹੈਂਡੀਕੈਪ, ਤੁਸੀਂ ਕਿੰਨੇ ਚਿਰ ਦੇ ਬੈਠੇ ਆ, ਮੈਨੂੰ ਜੀ ਘੰਟਾ ਹੋ ਗਿਆ, ਕੰਮ ਕੀ ਆ ਜੀ ਐਫੀਡੇਵਿਟ ਆ, ਇੱਧਰ ਆਓ ਬਈ, ਵਿੰਡੋ ਬਣੀਆਂ ਹੋਈਆਂ, ਮਿਊਜ਼ਿਕ ਲੱਗਿਆ ਹੋਇਆ, ਲਾਈਟ ਏਸੀ ਚੱਲਦੇ ਆ, ਸਟਾਫ ਨੂੰ ਪੁੱਛਣਾ ਇਹ ਬਜ਼ੁਰਗ ਕੀ ਕਹਿ ਰਿਹਾ ਪੁੱਛੋ, ਇਹ 2 ਘੰਟੇ ਤੋਂ ਬੈਠਾ, ਐਫੀਡੇਵਿਟ ਉਹ ਜੀ ਤਹਿਸੀਲਦਾਰ ਸਾਹਿਬ ਨੇ ਸਾਈਨ ਕਰਨੇ ਸੀ ਐਫੀਡੇਵਿਟ ਤੇ, ਲਿਆਓ ਮੇਰੇ ਕੋਲ ਲਿਆਓ, ਚਲੋ ਦਿਓ ਇਹਨਾਂ ਨੂੰ, ਚਲੋ ਬਾਅਦ 'ਚ ਤਹਿਸੀਲਦਾਰ ਨੂੰ ਵੀ ਪੁੱਛ ਲੈਣਾ ਕਿ ਅੱਜ ਬੰਦੇ 2 ਘੰਟੇ ਦੇ ਉੱਤੇ ਸਿਰਫ ਐਫੀਡੇਵਿਟ ਤਸਦੀਕ ਕਰਨ ਲਈ ਬੈਠੇ ਸੀ ਤੇ ਤੁਸੀਂ ਕਿੱਥੇ ਸੀ, ਤੁਸੀਂ ਮੈਨੂੰ ਦੱਸ ਕੇ ਜਾਓ ਮੈਂ ਕਰ ਦਿੰਦਾ। ਲੋਕ ਨਹੀਂ ਤੰਗ ਕਰਨੇ ਇੱਦਾਂ। ਵਾਹ। ਜੇ ਸਾਰੇ ਜ਼ਿਲ੍ਹਿਆਂ ਵਿੱਚ, ਸਾਰੇ ਪੰਜਾਬ ਦੇ ਵਿੱਚ, ਸਾਰੇ ਭਾਰਤ ਦੇ ਵਿੱਚ ਇਸੇ ਤਰ੍ਹਾਂ ਕੰਮ ਸ਼ੁਰੂ ਹੋ ਜਾਵੇ ਤਾਂ ਦੇਖੋ ਸਾਡਾ ਮੁਲਕ ਕਿੰਨੀ ਤਰੱਕੀ ਕਰੇ। ਮੈਂ ਕਹਿੰਦਾ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਪਹਿਲੀ ਟੈਨਿਓਰ 'ਚ ਸੁਵਿਧਾ ਸੈਂਟਰ ਦੇਖਣ ਆਏ, ਅਸੀਂ ਦੇਖਿਆ ਭਈ ਉਹ ਕਾਊਂਟਰ ਦੇ ਉੱਤੇ ਕੂਣੀ ਭਾਰ 10 ਮਿੰਟ ਕਹਾਣੀ ਸੁਣਦੇ ਰਹੇ। ਅੱਛਾ। ਡੀਸੀ ਤੋਂ ਕਿਵੇਂ ਤੁਸੀਂ ਇਹਨੂੰ ਬਣਾਇਆ, ਗਵਰਨਮੈਂਟ ਤੋਂ ਪੈਸਾ ਨਹੀਂ, ਜਗ੍ਹਾ ਤਾਂ ਗਵਰਨਮੈਂਟ ਦੀ ਹੈ, ਲੋਨ ਉੱਥੋਂ ਹੀ ਅਰੇਂਜ ਕਰਕੇ ਇੱਕ NRI ਤੋਂ ਉਹਦੀ ਸ਼ੋਰਟੀ ਪਵਾ ਕੇ ਉਹਦੀ ਕੰਸਟਰਕਸ਼ਨ ਕਰਾਤੀ। ਜ਼ਿਲ੍ਹੇ ਨੂੰ ਅੱਜ ਵੀ ਜਿਹੜਾ ਸੁਵਿਧਾ ਸੈਂਟਰ ਹੈ ਉਹਨਾਂ ਦਾ ਬਣਾਇਆ ਹੋਇਆ ਜੀ, ਔਰ ਪੰਜਾਬ ਤੋਂ ਸਭ ਤੋਂ ਸਸਤੇ ਰੇਟ 'ਚ ਬਣਿਆ, ਕਿਉਂਕਿ ਲੋਹੇ ਵਾਲੇ ਵਪਾਰੀ ਨੂੰ ਵੀ ਖਿੱਚ ਲੈਣਾ ਕਿ ਮੈਨੂੰ ਸਭ ਤੋਂ ਸਸਤਾ ਰੇਟ ਤੇਰਾ ਕਮਿਸ਼ਨ ਵਗੈਰਾ, ਇਹ ਲੋਕਾਂ ਦੀ ਸੇਵਾ ਲਈ ਬਣਨਾ, ਸੀਮੈਂਟ ਸਰੀਆ ਸਭ ਤੋਂ ਸਸਤਾ ਚਾਹੀਦਾ, ਫਰਨੀਚਰ ਵੀ ਉੱਥੇ, ਮਿਊਜ਼ਿਕ ਵੱਜਣਾ ਚਾਹੀਦਾ, ਲਾਈਟ ਮਿਊਜ਼ਿਕ ਲੱਗਾ ਹੋਇਆ। ਲੋਕੀ ਤਾਂ ਇਦਾਂ ਸੀ ਵੀ ਜੇ ਕਿਸੇ ਨੇ ਰਿਸ਼ਤੇਦਾਰ ਨੂੰ ਕਿਸੇ ਨੂੰ ਉਡੀਕਣਾ ਵੀ ਆ, ਉਹ ਕਹਿੰਦੇ ਕਿੱਥੇ, ਕਹਿੰਦੇ ਮੈਂ ਸੁਵਿਧਾ ਸੈਂਟਰ ਬਹਿਣਾ ਉੱਥੇ ਆ ਜਾ, ਉੱਥੇ ਬੁਲਾ ਕੇ ਇੱਦਾਂ ਦਾ ਸੀ। ਪਰ ਉਹ ਦੇਖ ਲਓ ਬਈ, ਇੱਕ ਹੋਰ ਦੇਖੋ, ਜੋ ਜ਼ਿਲ੍ਹੇ ਵਿੱਚ ਗਰਭਵਤੀ ਮਹਿਲਾਵਾਂ, ਉਹਨੂੰ ਸੋਸ਼ਲ ਆਡਿਟ ਉਹ ਕਹਿੰਦੇ ਸੀ, ਉਹਦੀ ਲਿਸਟ ਦੇਣੀ ਹੈ ਹੈਲਥ ਵਾਲਿਆਂ ਨੇ, ਤੇ ਐਕਸਪੈਕਟਡ ਡੇਟ ਆਫ ਡਿਲੀਵਰੀ ਵੀ ਕੱਢ ਲੈਣੀ ਆ। ਲੜਕੀ
ਖਟਕੜ ਕਲਾਂ ਭਗਤ ਸਿੰਘ ਦੇ ਪਿੰਡ ਇੱਕ ਲਾਇਬ੍ਰੇਰੀ ਬਣਾਈ। ਉਸ ਲਾਇਬ੍ਰੇਰੀ 'ਚ ਇੱਕ ਲੜਕੀ ਨੂੰ ਇੰਪਲੋਇਮੈਂਟ ਦੇ ਦਿੱਤੀ ਐਜ਼ ਏ ਲਾਇਬ੍ਰੇਰੀਅਨ। ਨਾਲ ਉਹਨੂੰ ਕਾਲ ਕਰਨੀ ਆ ਕਿ ਜਿਸ ਘਰ 'ਚ ਗਰਭਵਤੀ ਮਹਿਲਾ ਕਿ ਤੁਹਾਡੇ ਘਰ 'ਚ ਬੱਚਾ ਆਉਣਾ ਸੀ, ਕੀ ਆਇਆ ਮੁੰਡਾ ਕੁੜੀ? ਉਹ ਕਹਿੰਦੇ ਜੇ ਮੁੰਡਾ ਕਹਿੰਦੇ ਉਹਨੇ ਐਮ ਪਾ ਲੈਣੀ ਹੈ, ਜੇ ਲੜਕੀ ਕਹਿੰਦੀ ਐਫ ਪਾ ਲੈਣੀ ਹੈ। ਜੇ ਕੋਈ ਉਸ ਲੜਕੀ ਨਾਲ ਬਹਿਸਦਾ ਕਿ ਸਾਡੇ ਘਰ 'ਚ ਕੋਈ ਬੱਚਾ ਨਹੀਂ ਸੀ ਆਉਣਾ, ਤੁਸੀਂ ਕਿੱਥੋਂ ਸਾਨੂੰ ਫੋਨ ਕਰੀ ਜਾਂਦੇ ਆ, ਉਹਨੂੰ ਕੁਐਸਚਨ ਮਾਰਕ ਪਾ ਕੇ ਡਾਊਟਫੁਲ। ਔਰ ਹਰ ਹਫਤੇ ਕੁੜੀ ਨੇ ਮੰਡੇ ਲੜਕੀ ਉਹ ਬਾਹਰ ਚਲ ਗਈ ਸਰਬਜੀਤ, ਉਹਨੇ ਫਿਰ ਉਹ ਸਰ ਨੂੰ ਦਿਖਾਣੀ ਹੈ ਜੀ ਇਹ ਇੰਨੀਆਂ ਕਾਲਾਂ ਹੋਈਆਂ, ਇੰਨੇ ਮੁੰਡੇ ਇੰਨੇ ਕੁੜੀਆਂ, ਇਹ 7 ਬੰਦੇ ਪਾਣੀ ਪੈਰਾਂ 'ਤੇ ਨਹੀਂ ਪੈਣ ਦਿੰਦੇ। ਅੱਛਾ। ਉਹਨਾਂ ਨੂੰ ਫਿਰ ਸਾਨੂੰ ਬੁਲਾ ਲੈਣਾ ਕਿ ਇਹ 7 ਬੰਦਿਆਂ ਦੀ CID ਕਰੋ, ਇੱਕ ਕਿਆ ਚੀਜ਼ ਆ। ਜੀ। ਤੇ ਨਾਲੇ ਉਧਰ ਸਰਕਾਰੀ ਰਿਪੋਰਟ ਸਿਵਲ ਸਰਜਨ ਤੋਂ ਕਿ ਇੱਥੇ ਬੱਚਾ ਕਿੱਥੇ ਗਿਆ, ਔਰਤ ਗਰਭਵਤੀ ਸੀ, ਘਰ ਦੇ ਗੱਲ ਨਹੀਂ ਕਰ ਰਹੇ, ਸਾਨੂੰ ਬਸ ਵੱਖਰੀ CID ਦੇ ਤੌਰ ਤੇ ਫਿਰ ਅਸੀਂ ਆਪਣੀ ਰਿਪੋਰਟ ਦੇਣੀ ਕਿ ਬੰਦੇ ਵਾਕਿਆ ਹੀ ਉਹਨਾਂ ਦੇ ਘਰ ਜਾ ਕੇ ਕੁੜੀਆਂ ਆ ਤੇ ਸਕੋਪ ਬਹੁਤ ਆ। ਜੀ ਸਰ, ਮੈਂ ਤੁਹਾਡੀ ਇੱਥੇ ਗੱਲ ਕੱਟਣਾ ਚਾਹੂੰਗੀ। ਹੁਣ ਬ੍ਰੇਕ ਦਾ ਟਾਈਮ ਹੋ ਰਿਹਾ ਹੈ ਤੇ ਅੱਗੇ ਕੀ ਹੋਇਆ ਇਹ ਆਪਾਂ ਬ੍ਰੇਕ ਤੋਂ ਬਾਅਦ ਜਾਣਦੇ ਹਾਂ। ਸਮਾਂ ਹੋ ਗਿਆ ਬ੍ਰੇਕ ਦਾ ਤੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਮਿਲਦੇ ਹਾਂ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲ ਪੰਜਾਬ ਦੀ। ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਹੈ। ਪ੍ਰੋਗਰਾਮ ਚੱਲ ਰਿਹਾ ਹੈ ਗੱਲ ਪੰਜਾਬ ਦੀ ਤੇ ਅੱਜ ਸਾਡੇ ਸਟੂਡੀਓ ਦੇ ਵਿੱਚ ਮਹਿਮਾਨ ਨੇ ਜਸਪਾਲ ਸਿੰਘ ਜੀ। ਸਰ, ਅੱਗੇ ਵਧਦੇ ਹਾਂ, ਗੱਲ ਕਰਦੇ ਹਾਂ। ਜਿਵੇਂ ਕਿ ਤੁਸੀਂ ਦੱਸ ਰਹੇ ਸੀ ਕਿ ਸਟ੍ਰਿੰਗ ਆਪਰੇਸ਼ਨ ਜਿਹੜੇ ਆ ਬਹੁਤ ਜ਼ਿਆਦਾ ਹੋਏ ਨੇ ਤੇ CID ਵਾਂਗੂ ਤੁਸੀਂ ਕੰਮ ਵੀ ਕੀਤਾ ਆ, ਤੇ ਉਸ ਤੋਂ ਅੱਗੇ ਕੀ ਹੋਇਆ ਜਿਹੜੀ ਕਹਾਣੀ ਤੁਸੀਂ ਦੱਸ ਰਹੇ ਸੀ? ਇਹ ਉਸ ਤੋਂ ਬਾਅਦ ਜਿਹੜਾ ਸਰਵੇ ਇਹ ਤਾਂ ਸੋਸ਼ਲ ਆਡਿਟ ਤਾਂ ਕੰਟੀਨਿਊ ਉਹ ਕਰਦੇ ਰਹੇ ਤੇ ਇਸ ਤੋਂ ਬਾਅਦ ਜਿਹੜੀ ਅਵੇਅਰਨੈਸ ਆ ਉਹ ਵੀ ਕੰਟੀਨਿਊ ਰਹੀ ਅੱਜ ਵੀ। ਔਰ ਤੁਸੀਂ ਹੈਰਾਨ ਹੋਵੋਗੇ ਕਿ ਇਸ ਕੰਮ ਤੋਂ ਖੁਸ਼ ਹੋ ਕੇ ਸਾਨੂੰ ਇੱਕ NRI ਪਰਿਵਾਰ ਨੇ ਸਾਨੂੰ ਦਫ਼ਤਰ ਅਪਕਾਰ ਨੂੰ ਬਣਾ ਕੇ ਦਿੱਤਾ, ਛੱਤ ਕੇ ਵੀ ਦਿੱਤਾ 7 ਮਰਲੇ ਵਿੱਚ। ਉਹਨਾਂ ਨੇ ਤਕਰੀਬਨ 30 ਲੱਖ ਰੁਪਏ ਖਰਚਿਆ। ਅੱਛਾ ਜੀ। ਤੇ ਉਹ ਕਹਿੰਦੇ ਵੀ ਕ੍ਰਿਸ਼ਨ ਕੁਮਾਰ ਜੀ ਦੇ ਜਾਣ ਤੋਂ ਬਾਅਦ ਕਹਿੰਦੇ ਸੀ ਵੀ ਅਸੀਂ ਕੀ ਯੋਗਦਾਨ ਪਾ ਸਕਦੇ ਹਾਂ ਕਿ ਸਾਡੇ ਬਜ਼ੁਰਗ ਚੜ੍ਹਾਈ ਕਰ ਗਏ, ਉਹਨਾਂ ਦਾ 10 ਲੱਖ ਰੁਪਈਆ ਪਿਆ ਹੈ। ਤਾਂ ਅਸੀਂ ਉਹਨਾਂ ਨੂੰ ਕਿਹਾ ਸਾਨੂੰ ਦਫ਼ਤਰ ਹੈ ਨਹੀਂ। ਉਹ ਕਹਿੰਦੇ ਵੀ ਤੁਹਾਡੇ ਦਫ਼ਤਰ, ਫਿਰ ਅਸੀਂ ਜਗ੍ਹਾ ਵੀ ਉਹਨਾਂ ਨੇ ਆਪੇ ਲੱਭੀ ਔਰ ਅਸੀਂ ਉਹਨਾਂ ਨੂੰ ਆਖਿਆ ਵੀ ਇਹਨੂੰ ਆਪਣੇ ਨਾਂ ਰੱਖੋ ਰਜਿਸਟਰੀ ਨੂੰ, ਸਾਨੂੰ ਲਿਖ ਕੇ ਦੇ ਦਿਓ ਕਿ ਜਿੰਨਾ ਚਿਰ ਇਹ ਆਰਗੇਨਾਈਜੇਸ਼ਨ ਕੰਮ ਕਰੇਗੀ, ਇਹ ਵਰਤੇਗੀ, ਜੇ ਕਿਸੇ ਵੇਲੇ ਸੰਸਥਾ ਨਹੀਂ ਰਹਿੰਦੀ ਸੁਸਾਇਟੀ ਤਾਂ ਇਹ ਮਾਲਕਾਂ ਦੀ ਹੋਏਗੀ। ਇਹ ਵੀ ਬਹੁਤ ਸੋਹਣੀ ਗੱਲ ਹੈ ਕਿ ਦੇਖੋ ਉਹਨਾਂ ਨੇ ਦਫ਼ਤਰ ਹੀ ਤੁਹਾਨੂੰ ਬਣਾ ਕੇ ਦਿੱਤਾ ਤੇ ਤੁਸੀਂ ਅੱਗਿਓਂ ਦੀ ਇਹ ਕਿਹਾ ਕਿ ਸਾਡੇ ਨਾਮ ਨਾ ਕਰੋ, ਤੁਸੀਂ ਆਪਣੇ ਨਾਮ ਰਹਿਣ ਦਿਓ। ਹੈਰਾਨ ਹੋ ਗਏ ਜੀ ਉਹ, ਕਹਿੰਦੇ ਉਹਨਾਂ ਨੇ ਕਿਸੇ ਹੋਰ ਜਗ੍ਹਾ ਵੀ ਦਿੱਤੀ ਪਰ ਕਹਿੰਦੇ ਸਾਨੂੰ ਉਹਨਾਂ ਨੇ ਕਿਹਾ ਸੀ ਸਾਡੇ ਨਾਮ ਤੇ ਕਰਾਓ। ਕਹਿੰਦੇ ਤੁਸੀਂ ਪਹਿਲੇ ਹੀ ਵਾਰੀ ਆ ਸੀਗੇ ਵੀ ਅਸੀਂ ਇਹੀ ਕਹਾਂਗੇ ਵੀ ਕਿਸੇ ਵੇਲੇ ਕੋਈ ਬੰਦਾ ਇਹ ਨਾ ਸੋਚੇ ਵੀ ਇਹ ਜਗ੍ਹਾ ਨੂੰ ਸੁਸਾਇਟੀ ਕੰਮ ਕਰਨ ਨੂੰ ਹਟ ਗਈ, ਫਿਰ ਉਹ ਚੀਜ਼ ਜਾਵੇ ਕਿੱਥੇ? ਤਾਂ ਜਾਵੇ ਤਾਂ ਉਸ ਜਿਸ ਪਰਿਵਾਰ ਨੇ ਖਰਚਾ ਕੀਤਾ ਉਹਨਾਂ ਦੇ ਕੋਲ ਜਾਵੇ, ਉਹ ਕਿਸੇ ਹੋਰ ਪੁੰਨਦਾਨ ਚ ਲਾ ਸਕਦੇ ਆ। ਸਰ, ਕਈ ਵਾਰ ਇਸ ਤਰ੍ਹਾਂ ਹੋਇਆ ਕਿ ਕਿਸੇ ਦੇ ਘਰ ਧੀ ਨੇ ਜਨਮ ਲਿਆ ਤੇ ਉਹ ਧੀ ਨੂੰ ਨਹੀਂ ਰੱਖਣਾ ਚਾਹੁੰਦੇ ਤੇ ਤੁਹਾਡੇ ਤੱਕ ਕਰੀ ਅਪਰੋਚ ਹੋਈ ਆ ਕਿ ਅਸੀਂ ਧੀ ਨੂੰ ਨਹੀਂ ਰੱਖਣਾ ਚਾਹੁੰਦੇ ਜਾਂ ਤੁਸੀਂ ਇਹਨੂੰ ਸੰਭਾਲ ਲਓ? ਹਾਂ, ਬੱਚੇ ਦੇ ਜਨਮ ਤੇ ਹਾਂ ਇਸ ਤਰ੍ਹਾਂ ਲੋਕ ਘੱਟ ਕੋਸ਼ਿਸ਼ ਕਰਦੇ ਆ। ਇਸ ਤਰ੍ਹਾਂ ਉੱਥੇ ਹੋਇਆ ਜਿੱਥੇ ਕਿਤੇ ਕੋਈ ਅਨਮੈਰਿਡ ਬੱਚੀ ਸੀ, ਕਿਸੇ ਗਲਤੀ ਦੇ ਨਾਲ ਬੱਚਾ ਪੇਟ 'ਚ ਆ ਗਿਆ, ਉਹ ਤੋਂ ਬਿਨਾਂ ਲੋਕ ਸੁੱਟਣਾ ਪਸੰਦ ਕਰਦੇ ਆ। ਇਹ ਖੋਤੜਾ ਪਿੰਡ ਹੈ ਸਾਡੇ ਜ਼ਿਲ੍ਹੇ ਦਾ ਲਾਸਟ ਪਿੰਡ ਨਾਲੇ ਫਗਵਾੜਾ ਸ਼ੁਰੂ ਹੋ ਜਾਂਦਾ। ਸਾਨੂੰ ਉਸ ਪਿੰਡ 'ਚੋਂ ਖਬਰ ਮਿਲੀ ਕਿ ਇੱਕ ਖੂਹ ਹੈ ਸੁੱਕਾ, ਬਹੁਤ ਡੂੰਘਾ, ਉਹਦੇ ਵਿੱਚ ਬੱਚੇ ਦੀ ਆਵਾਜ਼ ਆ ਰਹੀ ਸੀ ਤੇ ਪਿੰਡ ਦੇ ਨੌਜਵਾਨ ਜੇ ਪੱਠੇ ਵੱਢਦੇ ਸੀ, ਉਹਨਾਂ ਨੇ ਸਰਪੰਚ ਨੂੰ ਬੁਲਾਇਆ। ਉਹ ਤੋਂ ਬਾਅਦ ਸਾਨੂੰ ਖਬਰ ਮਿਲੀ, ਅਸੀਂ ਸੋਸ਼ਲ ਸਿਕਿਉਰਿਟੀ ਵਾਲਿਆਂ ਨੂੰ ਤੇ ਚਾਈਲਡ ਪ੍ਰੋਟੈਕਸ਼ਨ ਜਿਹੜਾ ਡਿਪਾਰਟਮੈਂਟ ਆ, ਉਹ ਜਦੋਂ ਖੂਹ ਦੇ ਵਿੱਚ ਇੰਨਾ ਹਨੇਰਾ ਸੀ ਕਿ ਬੱਚਾ ਨਜ਼ਰ ਨਹੀਂ ਸੀ ਆਉਂਦਾ ਕਿ ਬੱਚਾ ਕੋਈ ਲਿਫਾਫਾ ਚਿੱਟਾ ਜਿਹਾ ਨਜ਼ਰ ਆ ਰਿਹਾ। ਅੱਛਾ। ਤੇ ਉਸ ਲਿਫਾਫੇ ਨੂੰ ਜਦੋਂ ਕੱਢਿਆ ਗਿਆ ਵੱਖ-ਵੱਖ ਤਰੀਕਿਆਂ ਦੇ ਨਾਲ ਤਾਂ ਉਹਦੇ ਵਿੱਚ ਬੱਚਾ ਸੀ ਔਰ ਉਹਦੇ ਸਰੀਰ ਤੇ ਕਾਢੇ ਜਿਹੜੇ ਉਹ ਬੱਚਾ ਜਿੰਦਾ ਸੀ ਔਰ ਉਹ ਬੱਚੀ ਨੂੰ ਸੰਭਾਲਿਆ। ਜਲੰਧਰ ਇੱਕ ਮੈਡਮ ਪ੍ਰਕਾਸ਼ ਕੌਰ ਆ, ਬਹੁਤ ਸਮਾਜ ਸੇਵੀ, ਉਹ ਚਲਾਉਂਦੇ ਆ ਇਹੋ ਜਿਹੀਆਂ ਅਨਾਥ ਬੱਚਿਆਂ ਨੂੰ ਸਾਂਭਦੇ ਆ। ਉਹਨਾਂ ਦੇ ਕੋਲੋਂ ਬੱਚੀ ਛੱਡੀ, ਬੱਚੀ ਦਾ ਇਲਾਜ ਹੋ ਗਿਆ, ਠੀਕ ਹੋ ਗਿਆ ਔਰ ਉਸ ਬੱਚੀ ਨੂੰ ਇੱਕ NRI ਕਪਲ ਨੇ ਅਡਾਪਟ ਕਰ ਲਿਆ, ਬਾਹਰ ਚਲੇ ਗਈ ਬੱਚੀ। ਵਾਹ, ਮੌਤ ਦੇ ਖੂਹ 'ਚ। ਤੁਸੀਂ ਬੱਚੀ ਦੇ ਕਰਮ ਦੇਖੋ, ਜੇ ਉਹੀ ਬੱਚੀ ਨੂੰ ਜੇ ਉਹਦੇ ਘਰ ਦੇ ਸਾਂਭ ਲੈਂਦੇ। ਹਾਂ, ਬਿਲਕੁਲ। ਇਸੇ ਤਰ੍ਹਾਂ ਇੱਕ ਹੋਰ ਦੇਖੋ, ਸਮਾਜ ਦੇ ਵਿੱਚ ਇੱਕ ਲੋਕਾਂ ਨੇ ਗਲਤੀ ਕਰਨ ਲੱਗੇ ਦੇਖਦੇ ਨਹੀਂ, ਜਿਸ ਪੁੱਤਰ ਲਈ ਤੜਫਦੇ ਆ। ਇਹ ਕਰਿਆਮ ਰੋਡ ਆ, ਉਹਦੇ ਉੱਤੇ ਇੱਕ ਨਹਿਰ ਜਾਂਦੀ ਹੈ, ਸਵੇਰੇ ਸਵੇਰੇ ਇੱਕ ਕਵਾੜੀ ਆ, ਉਹ ਕਈ ਵਾਰੀ ਦੇਖਦੇ ਆ ਕਿ ਕੋਈ ਇਹਦੇ ਵਿੱਚ ਕੋਈ ਬੋਰੀ ਡਿੱਗੀ ਹੋਈ ਹੈ, ਇਹਦੇ ਵਿੱਚ ਕੋਈ ਸਮਾਨ ਹੋਣਾ। ਉਹ ਸੁੱਕੀ ਨਹਿਰ ਦੇ ਵਿੱਚ ਵੜ ਗਿਆ ਤੇ ਉਹਨੇ ਜਦੋਂ ਬੋਰੀ 'ਚ ਦੇਖਿਆ ਤਾਂ ਲੜਕਾ ਹੈ ਔਰ ਉਹ ਮਰ ਚੁੱਕਾ ਸੀ। ਤਾਂ ਉਹਦੇ ਵਾਸਤੇ ਸਮਾਜ ਦੇ ਵਿੱਚ ਲੋਕੀ ਜਿਨ੍ਹਾਂ ਦੇ ਬੱਚੇ ਹੈ ਨਹੀਂ,
ਔਰ ਉਹ ਚਾਹੁੰਦੇ ਆ ਕਿ ਅਸੀਂ ਕਿਤੇ ਬੱਚਾ ਅਡਾਪਟ ਕਰੀਏ। ਉਹ ਲੋਕ ਹੈਰਾਨ ਸੀਗੇ ਵੀ ਦੇਖੋ ਸਮਾਜ ਕਿੱਥੇ ਤੱਕ ਚਲੇ ਜਾਂਦਾ ਕਿ ਇੱਕ ਲੜਕਾ ਵੀ ਇਸ ਹਾਲਤ 'ਚ ਪਤਾ ਲੱਗਦਾ ਕਈ ਵਾਰੀ ਕੋਈ ਕੁਆਰਾ ਬੱਚਾ ਹੈ ਉਸ ਨੂੰ ਬਚਾਇਆ ਜਾ ਸਕਦਾ, ਪਰ ਨਹੀਂ, ਉਹਨੂੰ ਝਾੜੀਆਂ ਦੇ ਵਿੱਚ, ਉਹਨੂੰ ਖੂਹਾਂ ਦੇ ਵਿੱਚ ਸੁੱਟਣ ਦਾ। ਤਾਂ ਹੁਣ ਵੀ ਅਸੀਂ ਇੱਕ ਸਾਨੂੰ ਪੰਜਾਬ ਦੇ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਆ ਉਹ ਮਨਜ਼ੂਰੀ ਦਿੰਦੇ ਆ। ਪੰਗੂੜਾ ਇੱਕ ਸਕੀਮ ਆ, ਪੰਨੂ ਸਾਹਿਬ DC ਰਹੇ ਆ, ਕਾਹਨ ਸਿੰਘ ਪੰਨੂ ਜੀ ਅੰਮ੍ਰਿਤਸਰ, ਉਹਨਾਂ ਨੇ ਰੈੱਡ ਕਰਾਸ ਦੇ ਵਿੱਚ ਉਹ ਪ੍ਰੋਜੈਕਟ ਲਿਆਂਦਾ। ਉੱਥੇ ਤਾਂ ਬਹੁਤ ਸਾਰੇ ਬੱਚੇ ਆਏ ਆ ਪੰਗੂੜੇ 'ਚ ਅੰਮ੍ਰਿਤਸਰ, ਮੇਰੇ ਖਿਲਾਫ ਬਈ 250 ਤੋਂ ਉੱਪਰ। ਉਹ ਇਹ ਪੰਗੂੜੇ ਦਾ ਨਿਯਮ ਇਹ ਬਣਾਤਾ ਉਹਨਾਂ ਨੇ ਕਿ ਅਗਰ ਉਹ ਕਿਸੇ ਤੋਂ ਬੱਚਾ ਨਹੀਂ ਸਾਂਭਿਆ ਜਾਂਦਾ ਜਾਂ ਉਹ ਕਹਿੰਦਾ ਮੇਰਾ ਇਹ ਕਿਸੇ ਤਰ੍ਹਾਂ ਅਣਚਾਹਿਆ ਬੱਚਾ ਹੈ, ਗਰੀਬੀ ਆ, ਸਾਨੂੰ ਬੱਚੇ ਪਹਿਲਾਂ ਹੀ ਬਹੁਤ ਨਹੀਂ ਚਾਹੀਦਾ, ਜਾਂ ਸਾਨੂੰ ਇਹ ਲੜਕੀ ਹੋ ਗਈ ਨਹੀਂ ਚਾਹੀਦੀ, ਤਾਂ ਉਹ ਸਰਕਾਰ ਕਹਿੰਦੀ ਵੀ ਉਹਦੇ ਵਿੱਚ ਰੱਖ ਜਾਓ, ਤੁਹਾਨੂੰ ਕਾਨੂੰਨ ਕੁਛ ਨਹੀਂ ਕਹਿੰਦਾ, ਤੁਹਾਡੇ 'ਤੇ ਕੋਈ ਪਰਚਾ ਨਹੀਂ ਹੋਏਗਾ, ਤੁਹਾਡਾ ਨਾਮ ਵੀ ਨਸ਼ਰ ਨਹੀਂ ਹੋਣਾ। ਅਤੇ ਜਿਹਨਾਂ ਲੋਕਾਂ ਨੂੰ ਪਤਾ ਉਹ ਛੱਡਦੇ ਆ। ਅਸੀਂ ਵੀ ਪੰਗੂੜੇ ਵਾਸਤੇ ਪਰਮਿਸ਼ਨ ਲਈ, ਅਸੀਂ 1 ਸਾਲ ਉਹਨੂੰ ਚਲਾਇਆ ਕਿਉਂਕਿ ਸਾਨੂੰ 24 ਘੰਟੇ ਦੀ ਨਿਗਰਾਨੀ ਵਾਸਤੇ ਮੁਲਾਜ਼ਮ ਚਾਹੀਦੇ ਸੀ। ਬਿਲਕੁਲ। ਅਤੇ ਅਸੀਂ ਮਤਲਬ ਪੈਸੇ ਫੰਡਾਂ ਵੱਲੋਂ ਔਖੇ ਹੋ ਗਏ, ਤਾਂ ਅਸੀਂ ਸਰਕਾਰ ਨੂੰ ਮਤਲਬ ਇਹ ਲਿਖਿਆ ਕਿ ਇਸ ਪੰਗੂੜੇ ਲਈ ਇਹਨੂੰ ਜਾਂ ਤਾਂ ਸਿਵਲ ਹਸਪੀਟਲ ਸ਼ਿਫਟ ਕਰ ਦਿਓ ਜਾਂ ਫਿਰ ਸਾਨੂੰ ਕੋਈ ਮੁਲਾਜ਼ਮਾਂ ਦੀ ਸੇਵਾ ਦਿਓ। ਕੋਈ ਜਵਾਬ ਨਹੀਂ ਆਇਆ। ਆਖਰ ਅਸੀਂ ਪਬਲਿਕਲੀ ਉਹਨੂੰ ਅਨਾਊਂਸ ਕਰਕੇ ਉਹਨੂੰ ਬਾਈਂਡ ਅਪ ਕਰਨਾ ਪਿਆ, ਬੱਚਾ ਵੀ ਕੋਈ ਨਹੀਂ ਆਇਆ। ਤਾਂ ਉਹ ਇੱਕ ਸਕੀਮ ਬੜੀ ਅੱਛੀ ਹੈ ਪੰਗੂੜਾ, ਉਹਦੇ ਵਿੱਚ ਅਲਾਰਮ ਲੱਗ ਜਾਂਦਾ ਜਦੋਂ ਬੱਚੇ ਦਾ weight ਪੈਂਦਾ 1 ਕਿਲੋ ਦੇ ਕਰੀਬ, ਤਾਂ ਉਹ ਅਲਾਰਮ ਵੱਜਦਾ, ਅੰਦਰ ਪਤਾ ਲੱਗ ਜਾਂਦਾ ਕਿ ਉਹ ਬੱਚਾ ਛੱਡ ਗਿਆ। ਤਾਂ ਬੱਚੇ ਨੂੰ ਚੱਕ ਲਓ, ਉਹਦਾ ਹੈਲਥ ਚੈੱਕ ਹੋ ਜਾਂਦਾ, ਸਿਹਤ ਚੈੱਕ ਹੋ ਜਾਂਦੀ ਹੈ। ਤਾਂ ਫਿਰ ਉਹਨੂੰ 24 ਘੰਟੇ ਦੇ ਅੰਦਰ ਅੰਦਰ ਤੁਸੀਂ ਕਿਸੇ ਨੂੰ ਦੇ ਨਹੀਂ ਸਕਦੇ, ਬਾਲ ਸੁਰੱਖਿਆ ਵਿਭਾਗ ਨੂੰ ਦੇਣਾ ਪੈਂਦਾ। ਉਹ ਸਰਕਾਰੀ ਨਿਯਮਾਂ ਦੇ ਅਨੁਸਾਰ ਅੱਗੇ ਜਿਹੜੇ ਬੱਚਿਆਂ ਦੇ ਸੰਭਾਲ ਕੇਂਦਰ ਹੈਗੇ ਆ, ਹੁਸ਼ਿਆਰਪੁਰ, ਜਲੰਧਰ ਆ, ਮਾਨਸਾ, ਉਹ ਬੱਚੇ ਨੂੰ ਉੱਥੇ ਤਬਦੀਲ ਕਰ ਦਿੰਦੇ। ਜੀ ਸਰ, ਤੁਸੀਂ ਜਿਹੜਾ ਕੰਮ ਕਰ ਰਹੇ ਹੋ ਬਹੁਤ ਹੀ ਸ਼ਲਾਘਾਯੋਗ ਕੰਮ ਹੈ, ਪਰ ਜੇ ਆਪਾਂ ਸਮਾਜ ਦੀ ਗੱਲ ਕਰੀਏ, ਸਮਾਜ ਦੇ ਵਿੱਚ ਲੋਕ ਦੇਖ ਕੇ ਖੁਸ਼ ਨਹੀਂ ਹੁੰਦੇ, ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਨੇ। ਜੀ, ਤੁਹਾਡੀ ਕਦੀ ਇਸ ਤਰ੍ਹਾਂ ਵੀ ਹੋਈ ਵੀ ਤੁਹਾਡੀ ਸ਼ਿਕਾਇਤ ਵੀ ਕੀਤੀ ਹੋਵੇ ਕਿਸੇ ਨੇ? ਨਹੀਂ, ਇਸ ਤਰ੍ਹਾਂ ਵਿਚਾਰ ਰਿਹਾ ਕਿਉਂਕਿ ਇਹਦੇ ਵਿੱਚ ਜਿਹੜਾ ਪਹਿਲਾ ਟੱਚ ਸੀਗਾ ਉਹ ਚੰਗੇ ਆਫੀਸਰ ਦਾ ਸੀ, ਔਰ ਉਹਨਾਂ ਨੇ ਇੱਕ ਹੋਰ ਜਾਣ ਲੱਗੇ ਸਾਨੂੰ ਜਿਹੜੀ ਉਹ ਨਾ ਦੇ ਕੇ ਗਏ ਆਸ਼ੀਰਵਾਦ ਕਿ ਆਪ ਹਮੇਸ਼ਾ ਕਰਜ਼ਾਈ ਰਹਿਣਾ, ਕੋਈ ਨਹੀਂ ਆਏਗਾ ਪ੍ਰਧਾਨਗੀ ਲਈ, ਕੋਈ ਨਹੀਂ ਆਏਗਾ, ਮੈਂ ਇਹਦੇ ਵਿੱਚ ਬਣਨਾ ਮੈਂਬਰ, ਇਹਦਾ ਅਹੁਦਾ ਲੈਣਾ, ਨਹੀਂ ਤਾਂ ਸਿਆਸਤਦਾਨ ਕਹਿਣਗੇ ਵੀ ਇਹ ਪ੍ਰਧਾਨ ਦੇ ਵੋਟਾਂ ਪਵਾਈਏ, ਆਪਣਾ ਬਣਾਈਏ। ਤਾਂ ਲੋਕਾਂ ਨੂੰ ਪਤਾ ਵੀ ਇਹਨਾਂ ਕੋਲ ਪੈਸੇ ਹੈ ਨਹੀਂ। ਅਸੀਂ ਇਸ ਗੱਲੋਂ ਸੁਖੀ ਹਾਂ। ਜਦੋਂ ਆਮਿਰ ਖਾਨ ਨੇ ਸਤਿਅਮੇਵ ਜਯਤੇ ਦਾ ਪਹਿਲਾ ਐਪੀਸੋਡ ਕੀਤਾ ਨਵਾਂਸ਼ਹਿਰ ਤੇ, ਤੁਸੀਂ ਯਕੀਨ ਕਰੋ ਵੀ ਇੰਨੇ ਫੋਨ ਆਏ ਸਾਨੂੰ ਵਿਦੇਸ਼ਾਂ 'ਚੋਂ, ਕੁੜੀਆਂ ਨੇ ਰਵਾ ਦਿੱਤਾ, ਔਰ ਉਹ ਕਹਿ ਰਹੀ ਸੀ ਬੈਂਕ ਅਕਾਊਂਟ ਦੱਸੋ। ਮੈਂ ਸਰ ਨੂੰ ਫੋਨ ਕੀਤਾ, ਉਹ ਸੀਗੇ ਉਸ ਵੇਲੇ PMO, ਪ੍ਰਾਈਮ ਮਿਨਿਸਟਰ ਆਫਿਸ। अच्छा जी। ਕਹਿੰਦੇ किसी को बैंक का अकाउंट नहीं देना, हमें पैसे की जरूरत नहीं, ब्लेसिंग चाहिए। ਵਾਹ, बहुत सोहनी गल है। ਕਮਾਲ ਦੀ। बहुत सोहनी। ਔਰ ਇਹ ਦੇਖੋ ਵੀ ਉਹ ਕਹਿੰਦੇ ਪੈਸਾ ਆਏਗਾ, ਸਮੱਸਿਆ ਆਏਗੀ। ਹੁਣ ਤੁਸੀਂ ਦੇਖੋ ਵੀ ਸਾਡੇ ਕੋਲ ਬਸ ਜਿੰਨਾ ਸਾਨੂੰ ਲੋੜ ਹੁੰਦੀ ਆ, ਇਸ਼ਤਿਹਾਰ ਛਪਾਣੇ ਆ, जी ਕੋਈ ਸੈਮੀਨਾਰ ਕਰਨਾ ਹੈ, ਉਹਨਾਂ ਪ੍ਰਬੰਧ ਹੋ ਜਾਂਦਾ। ਸਾਡੇ ਕੋਲ ਪੈਸੇ ਜ਼ਿਆਦਾ ਹੈ ਹੀ ਨਹੀਂ। ਬਲੱਡ ਬੈਂਕ ਨਵਾਂਸ਼ਹਿਰ ਦੇ ਵਿੱਚ ਜਿਹੜਾ ਅਕਾਊਂਟੈਂਟ ਆ ਉਹ ਪੇਡ ਆ। ਮੈਂ ਉਸ ਬੱਚੇ ਨੂੰ ਕਿਹਾ ਵੀ ਤੂੰ ਉਪਕਾਰ ਦਾ ਵੀ ਅਕਾਊਂਟ ਮੇਨਟੇਨ ਕਰਦਾ ਕਰ, ਤਾਂ ਜੱਸੀ ਉਹਨੂੰ ਕਹਿਣਾ ਵੀ ਚੈੱਕ ਲੈ ਲਾ, ਕਹਿੰਦਾ ਕਿੱਥੋਂ ਕੱਢੀਏ ਚੈੱਕ, ਤੁਹਾਡੇ ਆਪਣੇ ਜੋਗੇ ਤਾਂ ਹੁੰਦੇ ਨਹੀਂ। ਔਰ ਉਹਨੇ ਸਾਡਾ ਫ੍ਰੀ ਕੰਮ ਕੀਤਾ, ਕਹਿੰਦਾ ਇਹ ਤੋਂ ਨਹੀਂ ਲੈਣੇ। अच्छा जी। ਕਹਿੰਦਾ ਮੈਨੂੰ ਪਤਾ ਹੀ ਕਿੰਨੇ ਪੈਸੇ ਆ। ਮਤਲਬ ਜਿੱਦਾਂ ਦਾ ਅਸੀਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ, ਸਾਡੇ ਨਾਲ ਉਦਾਂ ਦੇ ਲੋਕ ਜੁੜਨੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਕਿ ਖੁਦ ਸਮਾਜ ਦੀ ਸੇਵਾ ਕਰਨਾ ਚਾਹੁੰਦੇ ਨੇ, ਪਰ ਹਾਂ ਉਸ ਪੱਧਰ ਤੇ ਨਹੀਂ ਕਰ ਸਕਦੇ, ਪਰ ਜਿੰਨਾ ਕੁ ਹੋ ਸਕੇ ਆਪਣਾ ਕੁਝ ਨਾ ਕੁਝ ਹਿੱਸਾ ਜ਼ਰੂਰ ਪਾਉਂਦੇ ਨੇ। ਤੇ ਸਰ ਹੁਣ ਵਿਮਨਸ ਡੇ ਦੇ ਬਾਰੇ ਗੱਲ ਕਰਦੇ ਆ, ਤੇ ਜਿੱਦਾਂ ਕਿ 8 ਮਾਰਚ ਨੂੰ ਵਿਮਨਸ ਡੇ ਮਨਾਇਆ ਜਾਂਦਾ ਹੈ, ਤੇ ਉਹਦੇ ਵਾਸਤੇ ਕਿਉਂਕਿ ਤੁਸੀਂ ਕੁੜੀਆਂ ਨੂੰ ਬਚਾਉਣ ਵਾਸਤੇ ਬਹੁਤ ਹੀ ਚੰਗਾ ਕੰਮ ਕਰ ਰਹੇ ਹੋ, ਤੇ ਵਿਮਨਸ ਡੇ ਵਾਸਤੇ ਵੀ ਕੋਈ ਪਲੈਨਿੰਗ ਕੀਤੀ ਹੋਈ ਹੈ ਜੀ? ਹਾਂ, 8 ਮਾਰਚ ਅਸੀਂ ਮਨਾ ਰਹੇ ਹਾਂ। 8 ਮਾਰਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਇਹ ਵੀ ਸਮਝਦੇ ਹਾਂ ਕਿ ਮਹਿਲਾ ਵੀ ਕਿਸੇ ਹੱਦ ਤੱਕ ਸਮਾਜ ਦੇ ਵਿੱਚ ਪੁੱਤਰ ਨੂੰ ਹੀ ਵੇਟੇਜ ਦੇ ਰਹੀ ਹੈ। ਉਹਨੂੰ ਕੁਝ ਸਮਾਜ 'ਚ ਇੱਦਾਂ ਦਾ ਡਰ ਵੀ ਲੱਗਦਾ ਕਿ ਜੇ ਲੜਕੀ ਵਿਆਹੀ ਜਾਂਦੀ ਆ ਕਿ ਜੇ ਮੇਰੇ ਪੁੱਤਰ ਜਨਮ ਲਵੇ ਤਾਂ ਮੇਰਾ ਸਹੁਰਾ ਘਰ ਮੈਨੂੰ ਜ਼ਿਆਦਾ ਭਾਗਾਂ ਵਾਲੀ ਸਮਝੇਗਾ, ਜਦੋਂ ਕਿ ਉਹਦਾ ਇਹਦੇ ਵਿੱਚ ਰੋਲ ਕੋਈ ਨਹੀਂ। ਰੋਲ ਤਾਂ ਮੇਲ ਮੈਂਬਰ ਦਾ ਹੀ ਹੁੰਦਾ ਜੋ ਡਾਕਟਰੀ ਵਿਦਿਆ ਦੱਸਦੀ ਆ। ਉਹ ਔਰਤ ਜਿਹੜੀ ਆ, ਔਰਤ ਹੀ ਧੀ ਦੇ ਹੋਣ 'ਤੇ ਵਧਾਈਆਂ ਜਾਂ ਮੁਸਕਰਾਹਟ ਨਹੀਂ ਵੰਡਦੀ। ਅਸੀਂ ਧੀਆਂ ਦੀ ਲੋਹੜੀ ਦਾ ਵੀ ਕ੍ਰਿਸ਼ਨ ਕੁਮਾਰ ਸ਼ੁਰੂ ਕਰਾ ਗਏ। ਸਭ ਤੋਂ ਪਹਿਲਾਂ ਮਹਿਰਮਪੁਰ ਪਿੰਡ ਬੰਗਿਆਂ ਦੇ ਕੋਲ, ਉੱਥੇ ਪਹਿਲੀ ਲੋਹੜੀ ਪਾਈ ਸੀ, ਔਰ ਉਹਦੇ ਵਿੱਚ ਬੱਚੀਆਂ ਨੂੰ ਅੱਛੇ ਅੱਛੇ ਸੂਟ, ਮੂੰਗਫਲੀ ਰੜੀਆਂ, ਔਰ ਲੋਹੜੀ ਉਹਨਾਂ ਨੇ
ਲੋਹੜੀ ਨੂੰ ਅਗਨੀ ਦਿਖਾਈ, ਜਿਹੜੀ ਪਹਿਲੀ ਲੋਹੜੀ ਸੀ। ਉਸ ਤੋਂ ਬਾਅਦ ਹੁਣ ਅਸੀਂ ਹਰ ਸਾਲ ਪਾਉਂਦੇ ਹਾਂ। ਇੱਕ ਸੁੱਜੋਂ ਪਿੰਡ ਆ ਬੰਗਾ ਬਲਾਕ 'ਚ, ਉਸ ਪਿੰਡ ਦੇ ਵਿੱਚ ਇੱਕ NRI ਪਰਿਵਾਰ ਨੇ 15 ਲੱਖ ਰੁਪਏ ਦਾ ਅਕਾਊਂਟ ਖੋਲ੍ਹ ਦਿੱਤਾ, ਜਿਹਦੇ ਵਿੱਚੋਂ 5100 ਰੁਪਏ ਪਿੰਡ ਵਿੱਚ ਜਨਮੀ ਬੱਚੀ ਨੂੰ ਦਿੱਤਾ ਜਾਂਦਾ ਲੋਹੜੀ 'ਤੇ ਸ਼ਗਨ। ਅੱਛਾ ਜੀ। ਜੋ ਪਿੰਡ ਦੇ ਵਿੱਚ ਬੱਚੀ ਨੇ ਜਨਮ ਲੈਣਾ, ਕਿਸੇ ਬਰਾਦਰੀ ਦੀ ਆ, ਅਮੀਰ ਆ, ਗਰੀਬ ਆ, ਉਹਨੂੰ 5100 ਦਾ ਚੈੱਕ ਦੇਣਾ, ਇਹ ਸ਼ਗਨ। ਤੋ ਇਸ ਤਰ੍ਹਾਂ ਬਹੁਤ ਸਾਰੇ ਪਿੰਡਾਂ ਨੇ ਨਿੱਜੀ ਤੌਰ 'ਤੇ ਵੀ ਲੋਕਾਂ ਨੇ ਲੋਹੜੀਆਂ ਮਨਾਉਣੀ ਸ਼ੁਰੂ ਕਰਤੀਆਂ, ਧੀਆਂ ਦੀ ਲੋਹੜੀ। ਤੋ ਧੀਆਂ ਦੀ ਲੋਹੜੀ ਪਾਉਣ ਦਾ ਮਤਲਬ ਇਹੀ ਆ ਕਿ ਪੁੱਤਰਾਂ ਦੀ ਤਾਂ ਪੈ ਹੀ ਰਹੀ ਆ, ਧੀਆਂ ਦੀ ਲੋਹੜੀ ਪਵੇ। ਧੀਆਂ ਜਿਸ ਵੇਲੇ IAS ਅਫਸਰ ਬਣਦੇ ਆ, ਜਿਸ ਵੇਲੇ ਸਪੋਰਟਸ ਦੇ ਵਿੱਚ ਆ ਸਾਡਾ ਦੇਖੋ ਓਲੰਪਿਕ ਦੇ ਵਿੱਚ ਧੀਆਂ ਨੇ ਹਿੰਦੁਸਤਾਨ ਦੀ ਇੱਜ਼ਤ ਰੱਖੀ, ਹਰਿਆਣੇ ਦੀ ਬੱਚੀਆਂ। ਤੋ ਅਸੀਂ ਕਹਿੰਦੇ ਆ ਵੀ ਅੱਜ ਵੀ ਸਮਾਜ ਦੇ ਵਿੱਚ ਪੁੱਤਰ ਵੀ ਚੰਗੇ ਹੈਗੇ ਆ। ਅਸੀਂ ਕਈਆਂ ਨੂੰ ਇਹ ਕਹੀਦਾ, ਕਈ ਕਹਿੰਦੇ ਵੀ ਇੱਦਾਂ ਨਾ ਲੱਗੇ ਕਿ ਤੁਸੀਂ ਪੁੱਤਰਾਂ ਦੇ ਖਿਲਾਫ ਆ, ਪੁੱਤਰ ਵੀ ਬੜੇ ਚੰਗੇ ਆ। ਅਸੀਂ ਕਹਿੰਦੇ ਪੁੱਤਰਾਂ ਨਾਲੋਂ ਘੱਟ ਨਹੀਂ ਕੁੜੀਆਂ, ਬਿਲਕੁਲ ਦੋਨਾਂ ਨਾਲ ਹੀ ਖੁਸ਼ੀਆਂ ਜੁੜੀਆਂ, ਦੋਨਾਂ ਨਾਲ ਹੀ ਖੁਸ਼ੀਆਂ ਜੁੜੀਆਂ। ਤੋ ਜੋ ਪ੍ਰਮਾਤਮਾ ਦੇਵੇ ਉਹਨੂੰ ਪ੍ਰਵਾਨ ਕਰੋ। ਤੇ ਸਰ ਇੱਕ ਆਖਰੀ ਸਵਾਲ, ਕਿਉਂਕਿ ਗੱਲਾਂ ਬਹੁਤ ਜ਼ਿਆਦਾ ਨੇ, ਸਮਾਂ ਸਾਡੇ ਕੋਲ ਘੱਟ ਹੈ, ਪਰ ਆਖਰੀ ਸਵਾਲ ਉਹ ਬਹੁਤ ਜ਼ਰੂਰੀ ਹੈ ਕਿ ਜਦੋਂ ਨਵਾਂ ਸ਼ਹਿਰ ਦੇ ਵਿੱਚ ਇਹ ਸ਼ੁਰੂਆਤ ਕੀਤੀ ਸੀ ਤੁਸੀਂ ਭਰੂਣ ਹੱਤਿਆ ਨੂੰ ਰੋਕਣ ਵਾਸਤੇ, ਤੇ ਉਦੋਂ ਨਵਾਂ ਸ਼ਹਿਰ ਦੇ ਵਿੱਚ ਕੁੜੀਆਂ ਦੀ ਗਿਣਤੀ ਕਿੰਨੀ ਸੀ, ਤੇ ਹੁਣ ਜਦੋਂ ਤੁਸੀਂ ਇੰਨੇ ਸਾਰੇ ਉਪਰਾਲੇ ਕੀਤੇ ਨੇ ਤੇ ਉਸ ਤੋਂ ਬਾਅਦ ਕੀ ਲੱਗਦਾ ਹੈ ਕਿ ਇਸ ਦਾ ਕੋਈ ਰਿਸਪੌਂਸ ਮਿਲਿਆ, ਕੁੜੀਆਂ ਦੀ ਗਿਣਤੀ ਵਧੀ ਹੈ? ਹਾਂਜੀ ਇਸ ਤਰ੍ਹਾਂ ਹੈ ਕਿ ਜਿਹੜੀ ਜਨਗਣਨਾ ਹੈ ਉਹ 10 ਸਾਲ ਬਾਅਦ ਹੁੰਦੀ ਹੈ। तो 2001 'ਚ ਹੋਈ, ਫਿਰ 11 'ਚ, ਹੁਣ 21 'ਚ SRDU ਆ। ਬਹੁਤ ਵੱਡਾ ਪ੍ਰੋਜੈਕਟ ਆ, ਭਾਰਤ ਸਰਕਾਰ ਦਾ ਪੂਰਾ ਜ਼ੋਰ ਲੱਗਦਾ, ਡੋਰ ਟੂ ਡੋਰ ਚੈੱਕ ਹੁੰਦਾ ਕਿ ਤੁਹਾਡੇ ਘਰ 'ਚ ਕਿੰਨੇ ਪੁੱਤਰ ਧੀਆਂ, ਮੇਲ ਮੈਂਬਰ ਕਿੰਨੇ ਆ, ਲੇਡੀਜ਼ ਕਿੰਨੀਆਂ, ਉੱਥੋਂ ਸੈਕਸ ਰੇਸ਼ੋ ਬਣਦੀ ਆ। ਹੁਣ ਮੇਰੇ ਕੋਲ ਥੋੜਾ ਚਾਰਟ ਆਇਆ, ਤੁਹਾਨੂੰ ਮੈਂ ਛਾਤੀ ਦਵਾਣਾ। 2001 ਦੇ ਵਿੱਚ ਜਿਹੜੀ ਜਨਰਲ ਪਾਪੂਲੇਸ਼ਨ ਆ ਟੋਟਲ, ਜਿਹਦੇ ਵਿੱਚ ਬੱਚੇ ਬੁੱਢੇ ਸਾਰੇ ਆ ਜਾਂਦੇ ਆ, ਉਹਦੇ ਵਿੱਚ 933 ਔਰਤਾਂ ਸੀਗੀਆਂ ਹਜ਼ਾਰ ਮਗਰ, ਤੇ 927 ਸੀਗੀਆਂ ਬੱਚੀਆਂ 0 ਤੋਂ 6 ਸਾਲ ਉੱਥੇ ਲੈਂਦੇ ਆ। ਅੱਛਾ ਜੀ। 6 ਸਾਲ ਦੇ ਏਜ ਗਰੁੱਪ ਦੇ ਵਿੱਚ 927 ਲੜਕੀਆਂ ਸੀਗੀਆਂ। ਪੰਜਾਬ ਜੇ ਦੇਖੀਏ, ਪੰਜਾਬ ਥੋੜਾ ਬਦਨਾਮੀ ਲੈ ਬੈਠਾ, 876 ਮਹਿਲਾਵਾਂ ਸੀਗੀਆਂ 2001 ਵਿੱਚ, ਤੇ 793 ਸੀਗੀਆਂ ਬੱਚੀਆਂ ਘਟਾਈਆਂ ਪੰਜਾਬ ਨੇ ਜੀ ਤੋਂ ਹਜ਼ਾਰ ਮਗਰ। ਇਹ ਸਾਰੀ ਗਿਣਤੀ ਹਜ਼ਾਰ ਮਗਰ ਆ। ਤੇ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇੱਥੇ, ਜਿਹਨੂੰ ਕਿ ਹਾਈ ਕੋਰਟ ਨੇ ਵੀ ਕਿਹਾ ਇਹਨੂੰ ਮਾਡਲ ਬਣਾ ਕੇ ਨਵਾਂਸ਼ਹਿਰ ਮਾਡਲ ਦੇ ਮੁਤਾਬਕ ਕੰਮ ਕਰੋ, ਸਾਰੇ DCs ਨੂੰ ਕਿਹਾ ਉਹਨਾਂ ਨੇ। ਤੋਂ 914 ਮਹਿਲਾਵਾਂ ਸੀਗੀਆਂ ਹਜ਼ਾਰ ਮਗਰ, 808 ਇਹ ਬੱਚੀਆਂ ਸੀਗੀਆਂ। ਹੁਣ ਜਦੋਂ ਕੰਮ ਹੋਇਆ ਨਵਾਂਸ਼ਹਿਰ ਵਿੱਚ ਤਾਂ 77 ਪੁਆਇੰਟ ਬੱਚਿਆਂ ਦੇ ਵਧੇ ਹਜ਼ਾਰ ਮਗਰ, ਧੀਆਂ ਦੇ, ਤੋਂ 40 ਪੁਆਇੰਟ ਵਧੇ ਟੋਟਲ ਪਾਪੂਲੇਸ਼ਨ ਦੇ ਵਿੱਚ। ਤੋਂ ਹਿੰਦੁਸਤਾਨ ਦੇ ਵਿੱਚ 940 ਮਹਿਲਾਵਾਂ ਇਸ ਵੇਲੇ, ਹੁਣ 21 ਦੀ ਜਨਗਣਨਾ ਆਏਗੀ ਤਾਂ ਉਹ ਵੱਖਰੀ ਹੋਏਗੀ, ਤੇ 914 ਬੱਚੀਆਂ ਨੇ। ਪੰਜਾਬ ਦੇ ਵਿੱਚ 893 ਟੋਟਲ ਆਬਾਦੀ 'ਚ ਮਹਿਲਾਵਾਂ, ਤੇ 846 ਧੀਆਂ ਜਿਹੜੀਆਂ 0 ਤੋਂ 6 ਸਾਲ ਦੇ ਵਿੱਚ। ਤੋਂ ਜ਼ਿਲ੍ਹਾ ਨਵਾਂਸ਼ਹਿਰ ਦੇ ਵਿੱਚ 954 ਮਹਿਲਾਵਾਂ ਨੇ, ਤੇ 885 ਬੱਚੀਆਂ ਨੇ। 77 ਪੁਆਇੰਟ ਇੱਧਰ ਵਧੇ ਨੇ ਬੱਚੀਆਂ 'ਚ, ਤੇ 40 ਪੁਆਇੰਟ ਵਧੇ ਨੇ ਟੋਟਲ ਪਾਪੂਲੇਸ਼ਨ 'ਚ। ਟੋਟਲ ਪਾਪੂਲੇਸ਼ਨ 'ਚ ਹੁਸ਼ਿਆਰਪੁਰ ਫਸਟ ਆ, ਉਹਨਾਂ ਦੇ ਕੋਲ 962 ਔਰਤਾਂ ਆ। ਟੋਟਲ ਪਾਪੂਲੇਸ਼ਨ 'ਚ ਹੁਸ਼ਿਆਰਪੁਰ 1 ਨੰਬਰ 'ਤੇ ਆ, ਤੇ ਬੱਚਿਆਂ 'ਚੋਂ ਨਵਾਂਸ਼ਹਿਰ ਸ਼ਹੀਦ ਭਗਤ ਸਿੰਘ ਨਗਰ ਪਹਿਲੇ ਨੰਬਰ 'ਤੇ ਪੰਜਾਬ 'ਚੋਂ। ਤੋਂ ਅਸੀਂ ਇਸ ਕਰਕੇ ਕਹਿੰਦੇ ਹਾਂ ਵੀ ਅਜੇ ਸੌਣ ਦਾ, ਢਿੱਲੇ ਹੋਣ ਦਾ ਟਾਈਮ ਨਹੀਂ ਹੈ, ਜਦ ਤੱਕ ਰੱਬ ਜੀ ਦੀ ਪੂਰੀ ਗਿਣਤੀ ਲਾਗੂ ਨਹੀਂ ਹੁੰਦੀ। ਤੋਂ ਕੰਮ ਕਰਦੇ ਰਹਿਣਾ ਚਾਹੀਦਾ। ਵਾਹ ਜੀ, ਬਹੁਤ ਸੋਹਣੀ ਗੱਲ ਹੈ। ਤੇ ਤੁਸੀਂ ਸਰ ਬਹੁਤ ਸੋਹਣਾ ਕੰਮ ਕਰ ਰਹੇ ਹੋ, ਤੇ ਕਿਸ਼ਨ ਕੁਮਾਰ ਜੀ ਨੇ ਵੀ ਬਹੁਤ ਚੰਗਾ ਉਪਰਾਲਾ ਜਿਹੜਾ ਕੀਤਾ ਹੈ, ਤੇ ਰੱਬ ਕਰੇ ਤੁਸੀਂ ਇਦਾਂ ਹੀ ਕੰਮ ਕਰਦੇ ਰਹੋ। ਔਰ ਜਿੰਨੇ ਵੀ ਲੋਕ ਨੇ ਜਿਹੜੇ ਕਿ ਕੁੜੀਆਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਨੇ, ਜਾਂ ਹਜੇ ਵੀ ਇਹ ਕੰਮ ਚੱਲ ਰਿਹਾ ਆ, ਉਹਨਾਂ ਨੂੰ ਥੋੜੀ ਜਿਹੀ ਦਿਮਾਗੀ ਸੋਝੀ ਪਾਵੇ ਰੱਬ, ਤੇ ਇਹ ਜਿਹੜੀ ਗਿਣਤੀ ਹੈ ਹਜ਼ਾਰ ਦੇ ਬਰਾਬਰ, ਹਜ਼ਾਰ ਜਲਦੀ ਹੋਵੇ। ਤੇ ਵਿਮਨਸ ਡੇ ਦੀਆਂ ਵੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਨੇ, ਕਿਉਂਕਿ ਤੁਸੀਂ ਉਹ ਲੋਕ ਹੋ ਜਿਹੜੇ ਕਿ ਔਰਤਾਂ ਵਾਸਤੇ, ਕੁੜੀਆਂ ਵਾਸਤੇ, ਉਹਨਾਂ ਨੂੰ ਬਚਾਉਣ ਵਾਸਤੇ, ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰ ਰਹੇ ਹੋ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆ ਸਾਡੇ ਸਟੂਡੀਓ ਦੇ ਵਿੱਚ ਆਏ ਹੋ, ਬਹੁਤ ਬਹੁਤ ਸ਼ੁਕਰੀਆ ਜੀ। ਬਹੁਤ ਬਹੁਤ ਧੰਨਵਾਦ। ਸੋ ਇਸੇ ਦੇ ਨਾਲ ਹੀ ਇਹ ਪ੍ਰੋਗਰਾਮ ਇੱਥੇ ਹੀ ਖਤਮ ਹੁੰਦਾ ਹੈ। ਅਗਲੇ ਐਪੀਸੋਡ ਦੇ ਵਿੱਚ ਫਿਰ ਤੋਂ ਮੁਲਾਕਾਤ ਹੋਵੇਗੀ ਇੱਕ ਨਵੇਂ ਚਿਹਰੇ ਦੇ ਨਾਲ। ਉਦੋਂ ਤੱਕ ਦੇ ਲਈ ਮੈਨੂੰ ਯਾਨੀ ਕਿ ਪੂਜਾ ਸੰਧੂ ਤੇ ਦਵਿੰਦਰ ਮਾਨ ਜੀ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਦੇਖਦੇ ਰਹੋ ਪੰਜਾਬੀ ਨੈਸ਼ਨਲ TV।